गुरु गोबिंद सिंह जी के चौथे वचन नूं पूरे करन लई बड़ू साहिब दे बाबा इकबाल सिंह ने जिहड़ी नींह रखी है, अज उस नींह दे एजुकेशनल प्रोग्राम का अखीरला दिन है इंडिया हाउस शिकागो विच। गुरु की काशी साबो दी तलवंडी। यह प्रोग्राम की है, यह प्रोजेक्ट की है, इस दे लई बड़ू साहिब दी पूरी टीम डॉक्टर खेम सिंह ते नाले ही बाबा इकबाल सिंह जी आप इत्थे आए ने संगतां नूं दस्सण लई कि यह प्रोग्राम की है और इस दे नाल आने वाली जनरेशनस नूं किस तरह के बेनिफिट्स होणगे। ते चलो तुहानूं लैके चलदे हां अज दे प्रोग्राम विच गुरु की काशी साबो दी तलवंडी। लेखक गुणी कविंद ज्ञानी बुद्ध सिंध वह इत्यानी तिनके कारण कलम गढ़ देत प्रगट हम डार सिख सखायत पढ़ेंगे हमरे कई हजार। ताकि साडी भी यूनिवर्सिटी बने जिसदे विच हर लैंग्वेज विच सानू गुरु ग्रंथ साहिब जी पढ़न नूं मिले। वी कैन टेक द गुरुआं दे जिहड़े मैसेज ने असीं दूजी कंट्रीज विच भी पहुंचाइए, दूजी कम्यूनिटीज विच पहुंचाइए एंड सब तो पहला अपने बच्चों विच पहुंचाइए। ते अज दा असीं प्रोग्राम हुण शुरू करदे हां विद सरदार कुलवंत सिंह जी हुंडल एंड उस दे नाल he will go ahead and bring more people on stage. Some of them are living testaments of Guru Sahib. That's right. We have people here to Guru Sahib to hi vade hoye ne. They will tell you their life experience, what Guru Sahib did for them. And hopefully after hearing and understanding daily transformation ona di life andar aayi hai, you will feel the need and you will feel compelled कि तुसी अगे होके इस प्रोजेक्ट विच अपना हिस्सा पाओ। ते हुण अगे दा प्रोग्राम मैं कुलवंत सिंह जी हुंडल नूं देंदी हां। वाहिगुरू जी का खालसा, वाहिगुरू जी की फतेह। सतगुरु वालों साजे नवाजे विलखण विभागे गुरबाणी गुरु दे
ਵਡਭਾਗੇਵਾਰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਡਭਾਗੀ ਹਾਂ ਕਿ ਇਸ ਮਹਾਨ ਕਾਰਜ ਦੇ ਵਿੱਚ ਸਾਨੂੰ ਵੀ ਕੁਝ ਆਪਣਾ ਹਿੱਸਾ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਜਿਵੇਂ ਗੁਰਮੀਤ ਜੀ ਨੇ ਆਪ ਜੀ ਨੂੰ ਜਾਣੂ ਕਰਵਾਇਆ ਕਿ ਪੰਜਾਬ ਦੇ ਵਿੱਚ ਇੰਨੀ ਵੱਡੀ ਉੱਚੇ ਪੱਧਰ ਦੀ ਯੂਨੀਵਰਸਿਟੀ ਦੀ ਲੋੜ ਕਿਉਂ ਹੈ। ਜਿਸ ਪੰਜਾਬ ਦੀ ਧਰਤੀ ਦੇ ਵਿੱਚ ਅੰਮ੍ਰਿਤ ਦੀਆਂ ਬੂੰਦਾਂ ਵਰਸੀਆਂ, ਅੱਜ ਉਸ ਧਰਤੀ ਦੇ ਵਿੱਚ ਜ਼ਹਿਰ ਫੈਲਦਾ ਜਾ ਰਿਹਾ ਹੈ। ਤੇ ਇਸੇ ਸੰਬੰਧ ਦੇ ਵਿੱਚ ਦਰਵੇਸ਼ ਕਵੀ ਮੇਰੇ ਮਿੱਤਰ ਹਰਿੰਦਰ ਸਿੰਘ ਮਹਿਬੂਬ ਹੋਣਾ ਦੇ ਵਚਨ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ। ਉਹ ਸਾਡੀ ਹਾਲਤ ਦਾ ਜਾਇਜ਼ਾ ਕੁਝ ਇੰਝ ਲੈਂਦੇ ਨੇ। ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ, ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਛੈਲੀ ਕਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ, ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸੋ ਅੱਜ ਦਾ ਇਹ ਪ੍ਰੋਗਰਾਮ ਸਾਨੂੰ ਇੰਸਪਾਇਰ ਕਰਨ ਵਾਸਤੇ, ਗੁਰੂ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਉਹਦਾ ਸ਼ੁਕਰਾਨਾ ਕਰਨ ਵਾਸਤੇ, ਉਹ ਕਰਜ਼ ਉਤਾਰਨ ਵਾਸਤੇ, ਰੁਲਦੀ ਪੀੜ੍ਹੀ ਨੂੰ ਸੰਭਾਲਣ ਵਾਸਤੇ, ਨਸ਼ਿਆਂ ਦੀ ਦੁਰਮਤ ਨੂੰ ਦੂਰ ਕਰਨ ਵਾਸਤੇ ਅੱਜ ਦਾ ਇਹ ਪ੍ਰੋਗਰਾਮ ਆਪਾਂ ਇੱਥੇ ਉਲੀਕਿਆ। ਤੇ ਇਸ ਦੇ ਨਾਲ ਹੀ ਮੇਰੀ ਵੰਦਨਾ ਹੈ, ਬੇਨਤੀ ਭਾਈ ਮਹਿੰਦਰ ਸਿੰਘ ਜੀ, ਗੁਰੂ ਘਰ ਦੇ ਆਨੰਦ ਸੇਵਕ, ਕਿ ਆਪ ਜੀ ਆ ਕੇ ਸਤਿਗੁਰੂ ਤੋਂ ਬਖਸ਼ਿਸ਼ ਅਸੀਸ ਮੰਗਣੀ ਹੈ ਕਿ ਇਹ ਕਾਰਜ ਵੀ ਸਿਰੇ ਚੜ੍ਹੇ ਤੇ ਜਿੰਨੇ ਆਪਾਂ ਇਕੱਠੇ ਹੋਏ ਹਾਂ ਸਾਨੂੰ ਇਹ ਪ੍ਰੇਰਨਾ ਵੀ ਮਿਲੇ ਕਿ ਅਸੀਂ ਵੀ ਚੌਕੀਦਾਰ ਬਣ ਕੇ ਇਸ ਕਾਫਲੇ ਦੇ ਸਰਦਾਰ ਦੇ ਪਿੱਛੇ ਤੁਰ ਸਕੀਏ। ਸੋ ਭਾਈ ਸਾਹਿਬ ਜੀ ਆਓ, ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਹ ਸ਼ਿਵਾ ਬਾਰਿ ਮੋਹਿ ਹੈ, ਸ਼ੁਭ ਕਰ ਮਨ ਤੇ ਕਬਹੂ ਨ ਕਰੂੰ। ਦੇਹ ਸ਼ਿਵਾ ਬਾਰਿ ਮੋਹਿ ਹੈ, ਸ਼ੁਭ ਕਰ ਮਨ ਤੇ ਕਬਹੂ ਨ ਕਰੂੰ। ਨਾ ਡਰੋ ਅਰ ਸੋ ਜਬ ਜਾਏ ਲਰੋ, ਜਾਏ ਲਰੋ ਨਿਸਚੈ ਕਰ ਆਪਣੀ ਜੀ ਕਰੋ, ਜੀ ਕਰੋ ਨਿਸਚੈ ਕਰ ਆਪਣੀ ਜੀ ਕਰੋ, ਜੀ ਕਰੋ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸੰਗਤ ਜੀ 2030 ਇਹਨਾਂ ਮੀਡੀਆ ਨੇ ਪੰਜਾਬ ਦੀ ਐਕਸਪਾਇਰੀ ਡੇਟ ਦਾ ਵੀ ਅੰਦਾਜ਼ਾ ਦੇ ਦਿੱਤਾ ਹੈ। ਸਾਧ ਸੰਗਤ ਜੀ ਉਹ ਕੋਈ ਸੈਂਸੇਸ਼ਨਲਿਜ਼ਮ ਕ੍ਰੀਏਟ ਨਹੀਂ ਕਰ ਰਹੇ, ਉਹ ਕੰਸਰਨ ਹੋ ਕੇ ਇਹ ਗੱਲ ਕਹਿ ਰਹੇ, ਕੋਈ ਪੋਲੀਟੀਕਲ ਐਂਗਲ ਤੋਂ ਇਹ ਗੱਲਾਂ ਨਹੀਂ ਕਹਿ ਰਹੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੁਹਾਡੇ 7 ਮੁੰਡੇ 10 ਚੋਂ, ਹਰ 10 ਚੋਂ 7 ਮੁੰਡੇ ਸਕੂਲ ਤੇ ਕਾਲਜ ਜਾਣ ਵਾਲੇ ਤੇ 3 ਕੁੜੀਆਂ ਹਾਰਡ ਡਰੱਗਸ ਅਬਿਊਜ਼ ਕਰ ਰਹੀਆਂ ਨੇ, ਨਸ਼ਿਆਂ ਵਿੱਚ ਗਲਤਾਨ ਨੇ, ਤੇ ਤੁਹਾਡੀ ਅਗਲੀ ਜਨਰੇਸ਼ਨ ਕਿੱਥੋਂ ਆਣੀ। ਸਾਧ ਸੰਗਤ ਜੀ ਪਿੰਡਾਂ ਦੇ ਪਿੰਡ ਵਿਡੋ ਵਿਲੇजेस ਬਣ ਗਏ ਨੇ, ਜਿੱਥੇ ਕਿ ਸਾਰੇ ਘਰਾਂ ਵਿੱਚ, ਸਾਰੇ ਪਰਿਵਾਰਾਂ ਵਿੱਚ ਜਿੰਨੇ ਵੀ ਮੇਲ ਮੈਂਬਰ ਸੀਗੇ ਉਹ ਸਾਰੇ ਡਰੱਗਸ ਦਾ ਸ਼ਿਕਾਰ ਹੋ ਕੇ ਚਲਾਣਾ ਕਰ ਚੁੱਕੇ ਨੇ। ਸਾਧ ਸੰਗਤ ਜੀ ਭਾਵੇਂ ਮਾਝਾ ਹੋਏ, ਮਾਲਵਾ ਹੋਏ, ਦੁਆਬਾ ਹੋਏ, ਕਰੀਬ 65 ਤੋਂ 70% ਘਰਾਂ ਵਿੱਚ ਐਟਲੀਸਟ ਇੱਕ ਡਰੱਗ ਐਡਿਕਟ ਹੈ, ਘੱਟੋ ਘੱਟ ਇੱਕ ਡਰੱਗ ਐਡਿਕਟ ਹੈ, ਉਸ ਤੋਂ ਵੱਧ ਵੀ ਹੋ ਸਕਦੇ ਨੇ। ਸਾਧ ਸੰਗਤ ਜੀ ਆਪਣੇ ਵਿਰਸੇ ਤੋਂ, ਆਪਣੇ ਧਰਮ ਦੀ ਕਦਰਾਂ ਕੀਮਤਾਂ ਤੋਂ ਪਿਛਲੇ 2.5 ਦਹਾਕਿਆਂ ਤੋਂ ਜੋ ਫਤਿਹਪੁਣਾ ਵਧਿਆ, ਉਸ ਕਰਕੇ ਜੋ ਅਸੀਂ ਆਪਣੇ ਵਿਰਸੇ ਤੋਂ ਟੁੱਟੇ, ਉਹਦਾ ਖਾਮਿਆਜ਼ਾ ਸਾਨੂੰ ਇਹ ਭੁਗਤਣਾ ਪੈ ਰਿਹਾ ਹੈ ਕਿ ਜਿਹੜੀ ਕੌਮ ਤੰਬਾਕੂ, ਸਿਗਰਟ ਤੱਕ ਦਾ ਸੇਵਨ, ਸ਼ਰਾਬ ਤੱਕ ਦਾ ਸੇਵਨ ਨਹੀਂ ਕਰਦੇ ਸੀ, ਉਹਦੇ ਬੱਚੇ ਹੁਣ ਡਰੱਗਸ ਵਿੱਚ ਗਲਤਾਨ ਨੇ। ਲੋਕੀ ਆਪ ਕਹਿੰਦੇ ਨੇ ਕਿ 6ਵਾਂ ਦਰਿਆ ਅੱਜ ਪੰਜਾਬ ਵਿੱਚ ਚੱਲ ਪਿਆ ਹੈ। ਹੁਣ ਇਹਦਾ ਸੋਲੂਸ਼ਨ ਕੀ? ਸਾਧ ਸੰਗਤ ਜੀ ਇਹਦਾ ਸੋਲੂਸ਼ਨ ਇਹਦੇ ਕੁਐਸਚਨ 'ਚ ਹੀ ਹੈ। ਅਸੀਂ ਦੇਖ ਲਿਆ
कि एजुकेशन की घाट होने करके यह वड्डी बीमारी लग रही है। पर साथ संगत जी ਉਹਦੇ ਨਾਲ ਜਿਹੜੀ ਕਦਰਾਂ ਕੀਮਤਾਂ ਅਸੀਂ ਧਰਮ ਦੀਆਂ ਭੁੱਲ ਗਏ ਆ ਉਹ ਵੀ ਲੈਣੀਆਂ ਬੜੀਆਂ ਜ਼ਰੂਰੀ ਨੇ, ਨਹੀਂ ਤਾਂ ਅਸੀਂ ਇਹ ਮਨਸੂਬੇ ਖਤਮ ਨਹੀਂ ਕਰ ਪਾਵਾਂਗੇ। ਸਾਧ ਸੰਗਤ ਜੀ ਇਸੇ ਮਨੋਰਥ ਨਾਲ ਕਲਗੀਧਰ ਟਰਸਟ ਦੇ ਅੰਦਰ ਸੰਤ ਬਾਬਾ ਇਕਬਾਲ ਸਿੰਘ ਜੀ, ਡਾਕਟਰ ਖੇਮ ਸਿੰਘ ਜੀ ਗਿੱਲ ਨੇ ਇਹ ਵੈਲਿਊ ਬੇਸਡ ਐਜੂਕੇਸ਼ਨ ਦਾ ਸੋਮਾ ਤਿਆਰ ਕੀਤਾ ਹੈ। ਕੀ 120 ਕਰੋੜ ਦਾ ਕਰਜ਼ਾ ਸੰਤ ਬਾਬਾ ਇਕਬਾਲ ਸਿੰਘ ਜੀ ਦਾ ਕੱਲਿਆਂ ਦਾ? ਕੀ ਇਹ ਕਰਜ਼ਾ ਤੁਹਾਡਾ ਔਰ ਮੇਰਾ ਨਹੀਂ ਹੈ? ਕੀ 90 ਸਾਲ ਦੇ ਇਸ ਬਾਬੇ ਦੇ ਉੱਤੇ ਅਸੀਂ ਫੰਡ ਚੁਕਾਈ ਹੋਈ ਹੈ ਉਹ ਸਾਨੂੰ ਸੌਂਪਦੀ ਹੈ? ਸਾਧ ਸੰਗਤ ਜੀ 120 ਕਰੋੜ ਰੁਪਇਆ ਕੀ ਹੁੰਦਾ ਸਿੱਖਾਂ ਦਾ? ਸਿਰਫ 120 ਸਿੱਖ ਚਾਹੀਦੇ ਨੇ ਜਿਹੜੇ ਕਿ 1 ਕਰੋੜ ਰੁਪਏ ਦਾ ਕਰਜ਼ਾ ਆਪਣੇ ਸਿਰ ਲੈਣਾ ਹੈ। ਸਾਧ ਸੰਗਤ ਜੀ 1 ਕਰੋੜ ਰੁਪਇਆ ਜਿਹਦੇ ਕੋਲ ਹੈ ਉਹ ਦੇ ਵੀ ਸਕਦਾ ਹੈ, ਪਰ 1 ਕਰੋੜ ਦਾ ਸਿਰਫ ਕਰਜ਼ਾ ਆਪਣੇ ਸਿਰ ਲੈਣਾ। 1 ਕਰੋੜ ਦਾ ਕਰਜ਼ਾ ਲੈਣ ਦਾ ਮਤਲਬ ਹੈ ਕਰੀਬ $3000 ਮਹੀਨੇ ਦੇ ਕਮਿਟ ਕਰਨਾ। ਸਾਧ ਸੰਗਤ ਜੀ ਉਸ ਤੋਂ ਹੋਰ ਅੱਗੇ ਚਲੀਏ, $300 ਕਮਿਟ ਕਰਨ ਵਾਲੇ ਜਿਹੜੇ ਕਿ ਕਰਜ਼ਾ ਆਪਣੇ ਸਿਰਫ $300 ਦੀ ਕਿਸ਼ਤ ਜੋਗਾ ਲੈ ਲੈ, ਸਿਰਫ 1200 ਸਿੱਖ ਇਹ ਕਰਜ਼ਾ ਉਤਾਰ ਸਕਦੇ ਹਨ। ਸਾਧ ਸੰਗਤ ਜੀ ਅਸੀਂ ਆਪਣੇ ਘਰਾਂ ਦੀ ਮੌਰਗੇਜ ਦਿੰਦੇ ਆ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ $300 ਦੀ ਮੌਰਗੇਜ ਨਹੀਂ ਅਸੀਂ ਦੇ ਪਾ ਰਹੇ, ਉਹ ਘਰ ਸਾਨੂੰ ਕਿੰਨੇ ਬਖਸ਼ੇ ਨੇ? ਆਪਣੇ ਦਿਲਾਂ ਵਿੱਚ ਝਾਤੀ ਮਾਰ ਕੇ ਅਸੀਂ ਸਾਰੇ ਜਾਣਦੇ ਆ ਕਿ ਹਰ ਵੇਲੇ ਜਦੋਂ ਸਾਨੂੰ ਪਤਾ ਨਹੀਂ ਸੀ ਹੁਣ ਅੱਗੇ ਕੀ ਹੋਏਗਾ ਤਾਂ ਉਸੇ ਗੁਰੂ ਨੇ ਸਾਡੇ ਕੰਮ ਚਲਾਏ ਔਰ ਸਾਡੇ ਕੰਮ ਅੱਗੇ ਚਲਾਏ ਔਰ ਸਾਡਾ ਸਭ ਕੁਝ ਬਣਿਆ। ਸਾਧ ਸੰਗਤ ਜੀ ਅਸੀਂ ਗੁਰਦੁਆਰਾ ਸਾਹਿਬ ਬਣਾ ਲਏ, ਅਸੀਂ ਆਪਣੀ ਸਾਰੀ ਪੰਥ ਦੀ ਸੇਵਾ ਚਲਾਈ, ਮੁਬਾਰਕ ਨੇ। ਸੋਨਾ ਲਾਇਆ, ਸੰਗਮਰਮਰ ਲਾਇਆ, ਮੁਬਾਰਕ ਹੈ। ਸਾਧ ਸੰਗਤ ਜੀ ਰੁਮਾਲੇ ਸੋਨੇ ਤੋਂ ਸੋਨੇ ਪਵਾਏ, ਮੁਬਾਰਕ ਨੇ। ਸਾਧ ਸੰਗਤ ਜੀ ਲੰਗਰ ਵਧੀਆ ਤੋਂ ਵਧੀਆ ਚਲਾਏ, ਬਹੁਤ ਚੰਗੇ। ਹੁਣ ਅੱਜ ਦੀ ਲੋੜ ਕੀ ਹੈ? ਅੱਜ ਦੀ ਲੋੜ ਹੈ ਕਿ ਉਹਨਾਂ ਗੁਰਦੁਆਰਿਆਂ ਵਿੱਚ ਜਾਣ ਵਾਲੇ ਸਿੱਖ ਬਣਾਈਏ। ਜਿਵੇਂ ਭੈਣ ਜੀ ਹੁਣ ਕੁਝ ਦੇਰ ਪਹਿਲੇ ਕਹਿ ਰਹੇ ਸੀ, ਸਿੱਖ ਬੱਚੇ ਬਣਾਈਏ। ਸਿਰਫ ਅਸੀਂ ਸਾਰੇ ਆਪਣੀ ਇਹਨਾਂ ਉਮਰਾਂ ਵਿੱਚ ਹੀ ਗੁਰਦੁਆਰੇ ਨਾ ਜਾਈਏ, ਉਹ ਬੱਚੇ ਬਣਾਈਏ। ਅੱਜ ਸਾਡੇ ਕੋਲ ਇੱਕ ਛੋਟੀ ਜੀ ਕਿਸੇ ਦੀ ਜਿਹੜੀ ਕਿ ਆਲਰੇਡੀ ਸੇਵਾ ਉਹ ਕਰਕੇ ਖੜੀ ਕਰ ਚੁੱਕੇ ਨੇ, ਹੁਣ ਸਿਰਫ ਲੋੜ ਉਤਾਰਨਾ। ਕੋਈ ਇਹ ਨਹੀਂ ਸੋਚਣਾ ਕਿ ਹਾਏ ਸਾਡਾ ਪੈਸਾ ਕਿੱਥੇ ਚਲਾ ਜਾਏਗਾ। ਸਾਧ ਸੰਗਤ ਜੀ ਮਾਫ ਕਰ ਦੇਣਾ ਸਾਰੇ ਬੱਚਿਆਂ ਲਈ, ਪਰ ਅੱਜ ਸਾਨੂੰ ਜਾਗਣਾ ਪਏਗਾ। ਵੀ ਡੂ ਨਾਟ ਹੈਵ ਅ ਚੋਇਸ। ਆਈਸੀਯੂ ਦੇ ਅੰਦਰ ਪਿਆ ਹੋਇਆ ਮਰੀਜ਼, ਉਹਦੇ ਕੋਲ ਕੋਈ ਚੋਇਸ ਨਹੀਂ ਹੁੰਦੀ ਕਿ ਮੈਂ ਟੀਕਾ ਲਵਾਉਣਾ ਹੈ ਕਿ ਨਹੀਂ ਲਵਾਉਣਾ, ਉਹਨੂੰ ਟੀਕਾ ਲਗਾਉਣਾ ਪੈਂਦਾ। ਸਾਧ ਸੰਗਤ ਜੀ ਸਾਡੀ ਅਸੀਂ ਕਹੀ ਜਾਈਏ ਕਿ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ, ਉਹਦੀ ਰਿਸਪੌਂਸਿਬਿਲਿਟੀ ਸੀ, ਉਹਦੀ ਸੀ। ਸਭ ਤੋਂ ਪਹਿਲੇ ਸਾਡੀ ਰਿਸਪੌਂਸਿਬਿਲਿਟੀ ਬਣਦੀ ਹੈ। ਸਾਧ ਸੰਗਤ ਜੀ ਗੁਰੂ ਸਾਹਿਬ ਦਾ ਬਚਨ ਪੂਰਾ ਹੋਣ ਵਾਲਾ ਇਹੋ ਜਿਹਾ ਕੋਈ ਕਾਰਜ, ਕੋਈ ਸਮਾਂ ਆਪਣੀ ਜੀਵਨ ਵਿੱਚ ਦੁਬਾਰਾ ਨਹੀਂ ਲੱਭਣਾ, ਤੇ ਇਹੋ ਜਿਹਾ ਕੋਈ ਝੂਠਾ ਫੜ ਕੇ ਘਰ 90 ਸਾਲ ਦੀ ਉਮਰ ਵਿੱਚ ਮੰਗਣ ਵਾਲਾ ਸੰਤ ਵੀ ਨਹੀਂ ਲੱਭਣਾ। ਯੂਨੀਵਰਸਿਟੀ ਦਾ ਬਣ ਜਾਣੀ ਹੈ, ਸਭ ਕੁਝ ਹੋ ਜਾਣਾ ਹੈ। ਹੁਣ ਸਾਡੇ ਤੇ ਹੈ ਕਿ ਸਾਡੀ ਹਾਜ਼ਰੀ ਲੱਗਣੀ ਹੈ ਕਿ ਅਸੀਂ ਵਾਂਝੇ ਰਹਿ ਜਾਣਾ। ਸਾਧ ਸੰਗਤ ਜੀ ਖਿਮਾ ਦਾ ਜਾਚਕ ਆ, ਆਪ ਜੀ ਕਿਰਪਾ ਕਰਕੇ ਖਿਮਾ ਕਰ ਦੇਣਾ, ਪਰ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਤੇ ਇੱਕ ਵਿਚਾਰ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। साध संगत जी आपने सारे को ये अकाल गुरु की काशी वाले सुने कि गुरु गोबिंद सिंह जी का चौथा विखत वार सी डले में। पहले डले में क्या सी? देख नहरा कहना रेता उड़ता पाया, नहरा कितों कि तेरी अखा देखने वाली अज नहरा आ गई, उत्थे पानी आ गया। फिर डले में क्या? देख अंब, अनार, संतरे, अंगूर लगे हुए। कहना मारा पक्का तो फल लगा है, अनुभव देता है क्या कौन ऐसे कहते मारे मुस्कुरा अरे तेरी अखा नहीं है, वक्त पा के फिर आएगा। अगर आज ही 7 बजे के आएगा तो आज ही हो जाएगा। आज को जाकर देखो सारे होते बाहर। तीसरा डले में क्या? डले देख कनका कपां लै लहा रही हैं। कहना जंगल दी झाड़ियां ने महाराज वो दिसदियां तुहानूं। महाराज मुस्कुरा पे अरे तेरी अखा नहीं है, वक्त पा के अगर आज ही क्या लाया तो आज हो जाना सी। ये वक्त पा के आज गुरमुखो जाके देखो तो कणका कपां लै लहा। चौथा महाराज ने वचन क्या सी? एक पढ़ के हमारी काशी पढ़ेंगे यहाँ ढोल काशी। ये साडी काशी होएगी, गुरु की काशी। तुसी हैरान हो गए गुरु गोबिंद सिंह जी महाराज नूं ऐना सी कि मेरा सिख ऐना दस सी कि मेरा सिख चंगा विद्वान हो।
उन्होंने पाउंटा साहब तो 5 सिख बनारस हिंदू यूनिवर्सिटी भेजे भी तुम हिंदी और संस्कृत पढ़ो तां जे असीं गुरमुखी तो पंजाब जी हुंदी है ना असीं जिहड़े दुनिया दूसरे हिंदुस्तान के हिस्से ने यूपी बिहार उड़ीसा अपना बंगाल असम वगैरह इत्थों जिथे पंजाबी नहीं जानते उन्हों की बोली जी हिंदी की बोली संस्कृत की बोली गुरु नानक की बाणी दसी हो गए उन्होंने कहा ऐस वर्दी च नहीं पढ़ावांगे कि वर्दी पढ़ावा गेरिए धोती पाओ गेरिए कपड़े पाओ गेरिए उत्ते चुनियां लाओ तो पढ़ावा और गुरु साहब ने जो आके दसिया महाराज वो ये शर्त रख महाराज एने दयालु कहते वो पढ़ लो पढ़ के आओ तुम असी उन्होंने गुरु नानक का सारी संदेश जोड़ा है वो उन्होंने बोली दसना उन्होंने हिंदी और संस्कृत गुरमुख वो जो पढ़ के आए और निर्मला संप्रदा चली निर्मला संप्रदा ने इन्ना प्रचार किया ईस्ट इंडिया च होर भी और इसलिए हरिद्वार के विच भी जाके देखो 60% संत जोड़े ने सुखमनी साहब का पाठ कर रहे मैं पिछले साल आ रहा सी लंडन तो मेरे नाल 25-30 हिंदू फैमिली सन वो सानू देख के सीधे सानू पूछ रहे कितने जाना मैं क्या गुरु साहब कहते असं हरिद्वार जा रहे हैं और साढ़े जिन्ने संत ने सानू सुखमनी साहब का पाठ पढ़ा हिंदी च पढ़ाते मतलब इस वेले गुरु नानक की बाणी का प्रचार निर्मलिया ने बहुत किया उदासिया ने बहुत किया बाबा श्री चंद का पंथ चलाया हो जरा तुम हैरान हो गए मैं रामेश्वरम गया बहुत साल पहले जब मैं डायरैक्टर ऑफ एग्रीकल्चर सी तो उत्थे देखा कि जितों अपना महाराज जी ने रामेश्वर तो लंका गए ने गुरु नानक देव जी उत्थे गुरुद्वारा उदासिया ने संभालिया है उदासिया ने गुरुद्वारा बनाया उदासिया ने बड़ा प्रचार किया कहने का भाव है कि श्रवण कमेटी तो होना ही है ये हूँ पहला हुई पहले साल करते तो कहने का भाव है गुरु साहब का आशा सी मेरा सिख चंगा विद्वान बने और दुनिया गुरु गोरखदास जी का संदेश देवे अपनी दान की किरत करते कर ये आशा से गुरु साहब ने उत्थे किया चौथा भविष्य द्वार डले नो ये प्रगट हमारी काशी पढ़ेंगे यहाँ तोड़ मत राशि डफर भी यहाँ पढ़ के जो गुणी ज्ञानी हो जाएंगे ये सारी काशी होगी लर्निंग प्लेस गुरुमुखो और 350 साल हो गए 12 मिसरा का राज भी हो गया महाराज जी का राज भी हो गया और पटियाला नाभा जी का भी राज हो गया बड़े बड़े सरदार पैदा हो गए समझ नहीं आई क्या गुरु साहब का वाक पूरा करिए गुरुमुखो साडा धर्म कर्म बनता है जो गुरु महाराज कह गए जिन्होंने 4 साल वास्ते साढ़े वास्ते पिता वार्ता माता वार्ती उन्होंने वचन ना पूरा कर सके कुदरती ही सानू क्या गया गवर्नमेंट पंजाब ने भी साड़ी यूनिवर्सिटी खोलो तुम जिस तरह साड़ी यूनिवर्सिटी इसलिए बड़ू साहब जो हिमाचल प्रदेश 13 यूनिवर्सिटियां ने साड़ी यूनिवर्सिटी ऐसे टॉप से जानू असं सत्या भी देने गुरु ग्रंथ साहब पढ़ाई के नाल टॉप क्वालिटी इंग्लिश मीडियम अगर कोई सिख है तो वो वास्ते यह कुर्बानी करे कि मैं यह करना है गुरु कलगियां वाले का मिशन जोड़ा गुरु की काशी के जोड़ा गुरु ग्रंथ साहब जी का सारी जबाना असें ट्रांसलेट करना वो बहुत बड़ा एक प्रोजेक्ट होएगा और कॉलेज भी बहुत बड़ा होएगा तो गुरमुखो ये है मैनू भी तुम सीसा दो इसलिए 90 साल की उम्र हो चुकी है मैं भी हूँ दिन गिनना कि मैं ये थोड़े के बेनती करना कि मैं अखा के सामने ये देख के जाना पता नहीं कदों आ जानी है मलकल मौत जब आए सब दरवाजे पाना गुरमुखो ये बुढ़े तो इन्ना तरस कर लो काल यूनिवर्सिटी बनाने वास्ते गुरमुखो तुम तैयार हो जाओ अमेरिका के सारे जिस तरह दसिया उन्होंने मैंने $1 $9 रोज के कटो तो काल यूनिवर्सिटी फटाफट बन जाएगी और दुनिया चमक जाएगी मैं कहना इतों अमेरिका तो गोरे भी जान के पढ़ उत्थे एहो जिहा असीं क्रिएट करिए एनवायरमेंट कहना मेरा भाव है कि असी कुछ ना कुछ जे पैदा होए हैं जे गुरु कलगियां वाले ने साढ़े वास्ते सब कुछ पिता जी वारता माता जी वास्ते 4 साल वास्ते असी क्या एक मामूली जी माया जी वार सकते अपना गुरु काशी वास्ते जी जिसे कोई तकलीफ ही नहीं ना कैद होना पैना ना कदे कोई जाने पैना सिर कटाना पैना तो गुरु आप इस वास्ते लगी है इस तो बड़ा प्रोजेक्ट अज तक सिख जगत कोई नहीं आया यह शुरू करने वास्ते अगर किया जाए उनके साढ़े 120 करोड़ कर्जा है गल तो ठीक ही है अगर तुम सारे दिन मैनू फिक्र रात नींद नहीं आती
ਕਰਜ਼ਾ ਕਿੱਥੇ ਉਤਾਰੀਏ। ਗੁਰਮੁਖ ਅਗਰ ਸਾਰੇ ਜਿਹੜੇ ਤੋਂ ਸਾਨੂੰ ਇਹ ਫਿਕਰ ਲੱਗ ਜਾਏ ਕਿ ਗੁਰੂ ਕਲਗੀਆਂ ਵਾਲੇ ਦੀ ਕਾਸ਼ੀ ਦਾ ਕਰਜ਼ਾ ਅਸੀਂ ਨਹੀਂ ਉਤਾਰ ਸਕਦੇ। ਉਹ ਕਹਿਣ ਦਾ ਭਾਵ ਹੈ ਵੀ ਇਹ ਕਰੋਗੇ ਤਾਂ ਗੁਰਮੁਖ ਬਖਸ਼ਿਸ਼ਾਂ ਹੋਣਗੀਆਂ ਤੁਹਾਡੇ ਘਰਾਂ 'ਚ, ਸਾਰੇ ਚੜ੍ਹਦੀ ਕਲਾ ਜਾਓਗੇ। ਤੁਸੀਂ ਗੁਰੂ ਕਲਗੀਆਂ ਵਾਲੇ ਦਾ, ਗੁਰੂ ਨਾਨਕ ਦਾ, 10 ਗੁਰੂਆਂ ਦੇ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ਿਸ਼ ਲਓਗੇ। ਬਾਣੀ ਗੁਰੂ ਗੁਰੂ ਆ ਬਾਣੀ, ਵਾਹ ਬਾਣੀ ਦਾ ਹੰਕਾਰ ਹੈ। ਤੇ ਦਾਸ ਨੂੰ ਵੀ ਸੇਵਾ ਬਖਸ਼ੋ ਕਿ ਮੇਰੇ ਵੀ ਜਿਹੜੇ ਬਾਕੀ ਦੇ ਸਵਾਸ ਨੇ ਇਹ ਗੁਰੂ ਕਾਸ਼ੀ ਦੀ ਕੰਪਲੀਟ ਹੋਣ ਦੇ ਐ ਸਾਰਾ ਕਾਲਜ ਯੂਨੀਵਰਸਿਟੀ ਦੀ ਕੰਪਲੀਟ ਹੋ ਕੇ ਸਾਰੀ ਦੁਨੀਆ ਜਿਹੜੇ ਮਸ਼ਹੂਰ ਹੋ ਜਾਏਗੀ। ਮੈਂ ਖੁਸ਼ੀ ਸੰਸਾਰ ਤੋਂ ਜਾਵਾਂਗਾ। ਮੇਰੇ ਤੇ ਤਰਸ ਕਰੋ, ਮੈਨੂੰ ਸੀਸਾਂ ਦਿਓ ਕਿ ਮੈਂ ਸੇਵਾ ਕਰ ਸਕਾਂ। ਦਿਓ ਸੱਜਣ ਸੀਸੜੀਆਂ ਜੋ ਹੋਏ ਸਰ ਸਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਕੋਲ ਅਗਲੇ ਵਕਤਾ ਨੇ, ਸਪੀਕਰ ਨੇ, ਭਾਵੇਂ ਮੈਂ ਉਹਨਾਂ ਨੂੰ ਬਹੁਤਾ ਜਾਣਦਾ ਨਹੀਂ, ਪਰ ਮੇਰੇ ਹਿਰਦੇ ਦੇ ਵਿੱਚੋਂ ਇਹ ਆਵਾਜ਼ ਉੱਠਦੀ ਹੈ ਕਿ ਉਹਨਾਂ ਨੂੰ ਸੁਹਿਰਦ ਬਾਬਾ ਜੀ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੋਈ ਹੈ। ਮੇਰਾ ਭਾਵ ਹੈ ਬੀਬੀ ਰਵੀਦੀਪ ਕੌਰ ਮੁਕਤਾ ਜੀ, ਆਪ ਜੀ ਆ ਕੇ ਇਸ ਮਿਸ਼ਨ ਦੇ ਬਾਰੇ ਸਾਨੂੰ ਥੋੜਾ ਜਿਹਾ ਇਨਲਾਈਟਨ ਕਰੋ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਵੀ ਸੰਗਤ ਹਰ ਵਸੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਦੋਂ ਅਸੀਂ ਇੱਥੇ ਸੈਮੀਨਾਰ ਰੱਖਿਆ ਹੀ ਸੀ ਤਾਂ ਚੱਜਵੀਰ ਜੀ ਨੇ ਕਿਹਾ ਕਿ ਬੜੀ ਵੱਡੀ ਸੈਟਰਡੇ ਨੂੰ ਸ਼ਾਦੀ ਹੈਗੀ ਏ, ਤੁਸੀਂ ਚੇਂਜ ਕਰ ਦਿਓ ਤੇ ਸੰਗਤਾਂ ਨਹੀਂ ਆ ਆਉਣਗੀਆਂ ਨਹੀਂ। ਅਸੀਂ ਸੰਡੇ ਨੂੰ ਰੱਖਿਆ। ਸੰਡੇ ਨੂੰ ਰੱਖਣ ਤੋਂ ਬਾਅਦ ਜਦੋਂ ਪਤਾ ਚੱਲਿਆ ਕਿ ਬੜਾ ਵੱਡਾ ਇੱਥੇ ਮੇਲਾ ਹੋ ਰਿਹਾ ਹੈ, ਗੁਰਦਾਸਵਾਨ ਆ ਰਹੇ ਨੇ, ਤੇ ਅਸੀਂ ਜਦੋਂ ਈਮੇਲਸ ਵੀ ਕੀਤੀਆਂ, ਕਾਫੀ ਕਾਲਾਂ ਵੀ ਆਈਆਂ ਕਿ ਭੈਣ ਜੀ ਤੁਸੀਂ ਕਰ ਰਹੇ ਹੋ ਬਟ ਕਿੱਥੋਂ ਸੰਗਤਾਂ ਆਉਣਗੀਆਂ। ਤੇ ਉਸ ਟਾਈਮ ਮੈਂ ਮੇਲ ਦੇ ਵਿੱਚ ਜਵਾਬ ਦਿੱਤਾ ਸੀਗਾ ਕਿ ਸੰਗਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸੰਗਤਾਂ ਦਾ ਕਾਰਜ ਸੀਗਾ। ਇਹ ਕਲਗੀਆਂ ਵਾਲੇ ਪਾਤਸ਼ਾਹ ਜਦ ਆਪ ਕਾਰਜ ਸੀ, ਜਿਹੜੇ ਉਹਨਾਂ ਦੇ ਸੱਚੇ ਸਿੱਖ, ਜਿਨ੍ਹਾਂ ਨੂੰ ਤਾਂਗ ਪਈ, ਜਿਨ੍ਹਾਂ ਨੂੰ ਖਿੱਚ ਪਈ, ਜਿਨ੍ਹਾਂ ਦੀ ਪੂਰਬਲੀਆਂ ਕਮਾਈਆਂ ਸੀਗੀਆਂ, ਅੱਜ ਉਹ ਸਾਰੇ ਵੀਰ ਇੱਥੇ ਬੈਠੇ ਹੋਏ ਨੇ। ਭਾਵੇਂ ਮੇਲਾ ਉੱਥੇ ਸੀਗਾ, ਬੜੀਆਂ ਭੀੜਾਂ ਲੱਗੀਆਂ ਹੋਣਗੀਆਂ, ਬੜੇ ਨਾਚੇ ਗਾਜੇ ਵਾਜੇ, ਪਰ ਭਾਗਾ ਵਾਲੇ ਅਸੀਂ ਆ ਕਿ ਅਸੀਂ ਅੱਜ ਗੁਰੂ ਕਾਸ਼ੀ ਉੱਥੇ ਵੀ ਗਏ ਹੋਵਾਂਗੇ। ਉੱਥੋਂ ਸਮੇਂ ਕੱਢ ਕੇ ਅੱਜ ਅਸੀਂ ਇੱਥੇ ਆਏ ਆ। ਤੇ ਬਾਬਾ ਜੀ, ਇਹ ਕਲਗੀਆਂ ਵਾਲਿਆਂ ਜੀ ਦਾ ਜਿਹੜਾ ਕਾਰਜ ਹੈ ਇਹ ਤੇ ਪੂਰਾ ਹੋਏਗਾ। ਤੁਸੀਂ ਦੇਖੋਗੇ ਇਹ ਯੂਨੀਵਰਸਿਟੀ, ਅਸੀਂ ਸਾਰੇ ਇੰਡੀਆ ਜਾਵਾਂਗੇ ਗੱਜ ਵੱਜ ਕੇ ਉਹਦੀ ਇਨੋਗ੍ਰੇਸ਼ਨ ਕਰਕੇ। ਔਰ ਇਹ ਯੂਨੀਵਰਸਿਟੀ ਦੁਨਿਆਵੀ ਕੰਮ ਨਹੀਂ ਰੁਕਦੇ ਹੈਗੇ, ਪਰ ਇਹ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਜਿਹੜੇ ਸਰਬੰਸ ਦਾਨੀ, ਲੋਕ ਪਰਲੋਕ ਦੇ ਮਾਲਕ, ਜਿਨ੍ਹਾਂ ਦਾ ਮੂੰਹ ਦਾ ਨਿਕਲਿਆ ਹੋਇਆ ਬਚਨ ਇਹ ਪ੍ਰਗਟ ਹਮਾਰੀ ਕਾਸ਼ੀ, ਪੜेंगे यहाँ टोरमत राशि, लेखक गुणी कविंद ज्ञानी, बुद्ध सिद्ध है इत आनी। ਉਹ ਕਲਗੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਪੁੱਤਰਾਂ ਦੀ ਖਾਤਰ ਆਪਣੇ ਪੁੱਤਰ ਵਾਰ ਦਿੱਤੇ। ਉਹ ਕਲਗੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਮਾਪਿਆਂ ਦੇ ਖਾਤਰ ਆਪਣੇ ਮਾਪੇ ਵਾਰ ਦਿੱਤੇ। ਕਲਮ ਚੱਕਦੇ ਸੀ, ਰੱਬੀ ਇਲਾਹੀ ਪਰਮਾਤਮਾ ਦੇ ਇੰਨੇ ਖੂਬਸੂਰਤ ਨਗਮੇ ਲਿਖਦੇ ਸੀ, ਪਰ ਜ਼ਰੂਰਤ ਪੈਣ ਤੇ ਉਹਨਾਂ ਨੇ ਬੰਦੂਕ ਚੱਕੀ, ਤੀਰ ਕਮਾਨ ਚੱਕੀ, ਕਿਰਪਾਨ ਚੱਕੀ। ਉਹ ਕਲਗੀਆਂ ਵਾਲੇ ਪਾਤਸ਼ਾਹ ਜੀ ਵਾਸਤੇ ਅੱਲਾ ਯਾਰ ਖਾਨ ਯੋਗੀ ਨੇ ਬੜਾ ਸੋਹਣਾ ਕਿਹਾ ਸੀ, ਨਾ कहूँ तब की ना कहूँ जब की, बात कहूँ अब की, अगर ना होते गुरु गोबिंद सिंह सुन्नत होती सबकी। ਉਹ ਕਲਗੀਆਂ ਵਾਲੇ ਪਾਤਸ਼ਾਹ ਸਾਡੇ ਵਾਸਤੇ ਬਹੁਤ ਕੁਝ ਕਰ ਗਏ। ਅਸੀਂ ਕਹਾਂਗੇ ਅਸੀਂ ਕੀ ਕੁਝ ਨਹੀਂ ਕਰ ਗਏ। ਸਾਧ ਸੰਗਤ ਜੀ, ਅਸੀਂ ਕਹਿੰਦੇ ਆ, ਅਸੀਂ ਦਿੰਨੇ ਆ, ਅਸੀਂ ਸੇਵਾ ਕਰਦੇ ਆ, ਅਸੀਂ ਲੰਗਰ ਕਰਾਉਂਦੇ ਆ, ਅਸੀਂ ਪਾਠ, ਅਸੀਂ ਜ਼ਿੰਦਗੀ ਵਿੱਚ ਕੀ ਕੀਤਾ? ਉਹ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪਣੇ ਕਲੇਜੇ ਦੇ 4 ਟੁਕੜੇ ਵਾਰ ਕੇ ਇੱਕ ਖਾਲਸਾ ਪੰਥ ਸਾਜਿਆ ਸੀ। ਆਪਣੇ ਮਾਪਿਓ ਦੀਆਂ ਲਾਸ਼ਾਂ ਦੇ ਉੱਤੇ ਇਹ ਖਾਲਸਾ ਪੰਥ ਸਾਜਿਆ ਸੀ। ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਦਰਦ ਨਹੀਂ ਹੁੰਦਾ ਹੋਏਗਾ। ਅਸੀਂ ਕਹਿੰਦੇ ਆ ਉਹ ਮਾਤਾ ਸੁੰਦਰੀ ਨੂੰ ਕੋਈ ਤਕਲੀਫ ਨਹੀਂ ਹੋਈ ਹੋਏਗੀ। ਜਿਵੇਂ ਕਿ ਇਤਿਹਾਸ ਦੱਸਦਾ ਹੈ, ਕਲਗੀਆਂ ਵਾਲੇ ਪਾਤਸ਼ਾਹ ਜੀ ਕੰਗਾ ਵਾਰੇ ਸੀ, ਮਾਤਾ ਜੀਤੋ ਜੀ ਆਏ, ਉਹਨਾਂ ਨੇ ਸੁਪਨਾ ਦੇਖਿਆ, ਭਿਆਨਕ ਸੁਪਨਾ ਦੇਖਿਆ, ਜਿਹੜਾ ਕਿ ਇਹ ਹੋਣਾ ਸੀਗਾ ਛੋਟੇ ਸਾਹਿਬਜ਼ਾਦਿਆਂ ਨਾਲ, ਵੱਡੇ ਸਾਹਿਬਜ਼ਾਦਿਆਂ ਨਾਲ। ਮਾਤਾ ਜੀ ਨੇ ਆ ਕੇ ਕਿਹਾ, ਪਾਤਸ਼ਾਹ ਇਹ ਮੈਂ ਨਹੀਂ ਦੇਖ ਪਾਵਾਂਗੀ, ਇਹ ਘੜੀ ਤੁਸੀਂ ਟਾਲ ਦਿਓ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀਗਾ ਕਿ ਇਹ ਤੇ ਹੋ ਕੇ ਰਹੇਗਾ, ਤੇ ਉਸ ਮਾਂ ਨੇ ਕਿਹਾ ਸੀਗਾ ਫਿਰ ਇਸ ਤਰ੍ਹਾਂ ਕਰ ਦਿਓ ਕਿ ਮੈਂ ਨਾ ਦੇਖ ਸਕਾਂ। ਇੱਕ ਮਾਂ ਵਾਸਤੇ ਬੜਾ ਔਖਾ ਹੈ ਕਿ ਆਪਣੀਆਂ 4 ਲਾਸ਼ਾਂ, 4 ਕਲੇਜੇ ਦੇ ਟੁਕੜੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਣੇ। ਉਸੇ ਪਾਤਸ਼ਾਹ ਜੀ ਨੇ ਕਿਹਾ ਸੀਗਾ ਕਿ ਇਸ ਤਰ੍ਹਾਂ ਹੋ ਸਕਦਾ ਹੈ। ਉਸ ਤੋਂ ਬਾਅਦ ਮਾਤਾ ਜੀ ਬਿਮਾਰ ਹੋਣਾ ਸ਼ੁਰੂ ਹੋ ਗਏ, ਤੇ ਉਹ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਤੋਂ ਪਹਿਲੇ ਹੀ
ਚਲੇ ਗਏ। ਜਦੋਂ ਮਾਤਾ ਸੁੰਦਰੀ ਜੀ ਨੇ ਪਾਤਸ਼ਾਹ ਜੀ ਨੂੰ, ਜੋ ਦਿੱਲੀ ਤੋਂ ਆਏ ਦਮਦਮਾ ਸਾਹਿਬ ਧਰਤੀ ਤੇ, ਪੁੱਛਿਆ ਮੇਰੇ ਚਾਰੋਂ ਲਾਲ ਕਿੱਥੇ, ਉਸ ਧਰਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ, इन पुत्रन के शीश पर वार दिए सुत चार, चार मुए तो क्या हुआ जीवत कई हजार। साध संगत जी, सिख दा मतलब अपना वारना, अपनियां जाना वारना, कौम नूं जदों लोड़ पवे अपने पुत्र वार देना, अपने घर बार वार देना, अपने महल माड़ियां वार देना। अज साडी कौम नूं ए गुरु की काशी दी बहुत लोड़ हैगी है। साडी कौम नूं किन्ने को सी नोबल प्राइज़ ले, किन्नियां को यूनिवर्सिटीज़ ने, किन्ने को स्कूल ने, किन्ने को कॉलेजेस ने, ते किस तरह साडी कौम के अंदर काबलियत आएगी जिहदे नाल साडी कौम सारी दुनिया ते राज करेगी। ते उस समय आएगा, राज करेगा खालसा, आकी रहे ना कोई। बाकी कोई भूल चुक हो गई है तुसी माफ करना साध संगत जी। एक एक कमरा तुसी एक एक सिख लै लवे, असी इन्ने ने मल्टी मिलियन डॉलर से असी इत्थे घर बनाए, महल माड़ियां, लग्जरी गड्डियां, सारे बिल्स असी किश्तां दे विच पे करदे आ, भावें असी क्रेडिट कार्ड चार्ज करिए, भावें असी मंथली करिए। एक सिख अपनी जिंदगी दे विच गुरु काशी दे विच एक कमरा बना जे, परमात्मा ने ओदियां कई कुल्ला ओ कमरा जेड़ा युगो युग ओदा साथ देना वे। वाहिगुरु जी का खालसा, वाहिगुरु जी का खालसा, वाहिगुरु जी की फतेह। अज जो मैं इत्थे बैठा तुहानूं सारिਆਂ ਨੂੰ सुनिया, तो मैं तुहानूं ऑनेस्टली गल दसन लगा कि मैनूं पता नहीं लगता भी मैं गल कित्थों शुरू करा ते कित्थों खत्म करा। मैनूं कई बारी बहुत बहुत वड्डे लीडरां दी अथॉरिटियां, पावर जिन्हां लोकां कोल हुंदी है, उन्हां दे नाल बैठ के स्पीच करन दा बड़ा मौका मिलिया, रब दी बहुत किरपा। पर मैं तुहानूं अज अपने मनों कहना भी मैनूं इहो जी निराली स्टेज कभी नहीं मिली, कभी नहीं मिली। मेरे सामने दो हस्तियां बैठियां, बाबा इकबाल सिंह जी, डॉक्टर केन सिंह जी। मैं तुहानूं बड़े बहुत भागां वाले सब नूं गिणना, मैं तो बिल्कुल इन्हूं महसूस करना कि मैनूं इस तो वड्डी स्टेज कभी नहीं मिली, तो मैनूं लगदा भी नहीं गा कि मेरी जिंदगी च मैनूं कोई एडा वड्डा होर कोई आदर मान मिल सके कि मैं इन्हां दो महापुरुषों के सामने कुछ मैं अपने विचार रखने चाहना। ज्ञानी जी तो चंगे सिख थे, बहुत अच्छे सिख थे, पर सेवा जिन्होंने लिखी है ना, ये उन्होंने मिलनी। कई बार ये भी कहते हैं कि लोगों का आपस में मर्डर हो जाता, वो जो किसी को माड़ी सेवा मिली है वो भी उन्होंने लिखी है। जिन्होंने बंदा मर जाता वो तो मुड़ के रो रा के बह जाते हैं, पर वो भी एक करनी वो लिखी होंगी है। तो इस करके मेरी तो सारे ने बेनती है, प्लीज़ अपना बढ़ चढ़ के ये हिस्सा पाओ। इन्होंने दो महान पुरुषों की जिंदगी होंदियां होंदियां कोई पता नहीं किहड़े इंसान ने कदों चले जाना, कोई पता नहीं, कोई इत्थे वड्डे बजुर्ग का, बच्चे का, किसी का कोई पता नहीं। पर मैं तो ये कहूँगा कि इन्हां दी इन्नी वड्डी जिंदगी होवे कि ये साडे वास्ते 25, 30, 50 जिन्ने भी साल ये जीन, क्योंकि इन्हों के बहुत फायदे हैं, सोसाइटी का काम कर रहा। रब तो बहुत बहुत लंबी उम्र बख्शे। और जो बाबा जी ने अपील की है कि अगर इन्होंने अपने देखद्या ये यूनिवर्सिटी पूरी हो जाए तो मेरा ख्याल है कि एक असी बजुर्ग की जी अपील है वो असल करिए, और जो भी असी अपना योगदान पा सकते हैं, प्लीज़ सारे जाने इकट्ठे होकर ये योगदान पाओ, आप पाओ, अपने भैनों भरावां बेलियां दोस्तों दसो। वाहिगुरू जी का खालसा, वाहिगुरू जी की। इस अज का दिहाड़ा जो कि साडी शिकागो की कम्यूनिटी वास्ते एक चैलेंजिंग रूप दे विच पेश होया साडे वास्ते, क्योंकि जिवें पहला बुलारे ने दस्सिया कि गुरदास मान का शो सी, लगदा सी कोई इस तरह ना होवे। उस तो पहला ये देख के पता लगता साडी कम्यूनिटी दे विच साडे अंदर दी आवाज़ सानू की दसदी है। लोड़ काल दी मां है, असीं कहने सानू ये लोड़ महसूस हो रही है कि असीं हुण
ਰੈਵੋਲੂਸ਼ਨ ਜਾਂ ਪਲਟਾ ਉਹ ਲਿਆਉਣਾ। ਇਸ ਤੋਂ ਪਹਿਲਾਂ ਅੱਗੇ ਵਧਾਂ, ਸਾਰੇ ਸਰੋਤਿਆਂ ਨੂੰ, ਬਾਬਾ ਜੀ ਹੁਣਾਂ ਨੂੰ, ਡਾਕਟਰ ਖੇਮ ਸਿੰਘ ਹੁਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਵਡਭਾਗੀ ਹਾਂ, ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਇਹੋ ਜਿਹੀ ਸਟੇਜ ਤੇ ਇੱਕ ਨਿਮਾਣੇ ਜਿਹੇ ਨੂੰ, ਇੱਕ ਪਿੰਡ ਤੋਂ, ਛੋਟੇ ਜਿਹੇ ਪਿੰਡ ਦੇ ਕਿਸਾਨ ਦੇ ਬੱਚੇ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਉਸ ਨੂੰ ਇਹੋ ਜਿਹੇ ਸਟੇਜ ਤੇ ਬੋਲਣ ਦਾ ਮੌਕਾ ਮਿਲੇ। ਗੁਰੂ ਮਹਾਰਾਜ ਨੇ ਚੈਲੰਜ ਕੀਤਾ ਹੈ, ਅੰਦਰ ਨੂੰ ਝਕੋੜਿਆ ਹੈ, ਮੌਕਾ ਦਿੱਤਾ ਕਿ ਕੁਝ ਕਰੀਏ। ਰੈਵੋਲੂਸ਼ਨ ਜਿਹੜੇ ਹੁੰਦੇ ਹਨ ਉਹ ਸੌਖੇ ਨਹੀਂ ਆਉਂਦੇ, ਉਹਨਾਂ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਇੱਕ ਹੋਰ ਤਰ੍ਹਾਂ ਪ੍ਰਭਾਗੀ ਹਾਂ ਕਿ ਸੰਤ ਅਤਰ ਸਿੰਘ ਜੀ ਹੋਣਾ ਦਾ ਨਾਮ ਮੈਂਸ਼ਨ ਹੋਇਆ ਸੀ। ਮੈਂ ਤੇ ਮੇਰੀ ਵਾਈਫ ਅਸੀਂ ਦੋਨੋਂ ਹੀ ਸੰਤ ਅਤਰ ਸਿੰਘ ਜੀ ਉਹਨਾਂ ਦੇ ਨਾਮ ਤੇ ਪਾਲਦੀ ਸਕੂਲ ਹੈ ਜਿੱਥੇ ਅਸੀਂ ਹਾਈ ਸਕੂਲ ਕੀਤਾ ਤੇ ਉਸੇ ਸਕੂਲ ਸਾਨੂੰ ਦੋਨਾਂ ਨੂੰ ਪੜ੍ਹਾਉਣ ਦਾ ਮੌਕਾ ਮਿਲਿਆ। ਅਸੀਂ ਇਸ ਗੱਲੋਂ ਵੀ ਆਪਣੇ ਆਪ ਨੂੰ ਅਸੀਂ ਵਡਭਾਗੀ ਸਮਝਦੇ ਹਾਂ। ਹੁਣ ਵਾਰੀ ਆਉਂਦੀ ਹੈ ਕਿ ਅਸੀਂ ਕਰਨਾ ਕੀ। ਬਹੁਤ ਅੱਛੇ ਬੁਲਾਰੇ ਹਿਸਟਰੀ ਬਾਰੇ ਕਿਵੇਂ ਸ਼ੁਰੂ ਹੋਇਆ, ਕੀ ਲੋੜਾਂ ਹਨ, ਉੱਥੇ ਪਹੁੰਚੇ ਹਨ। ਦੋ ਲੋੜਾਂ ਇਸ ਵੇਲੇ ਸਭ ਤੋਂ ਵੱਡੀਆਂ ਸਾਡੇ ਸਿੱਖ ਕੌਮ ਵਾਸਤੇ ਤੇ ਪੰਜਾਬ ਵਾਸਤੇ, ਜਿਨ੍ਹਾਂ ਦੀ ਜ਼ਰੂਰਤ ਹੈ ਇਸ ਵੇਲੇ ਸਭ ਤੋਂ ਵੱਡੀ, ਧਰਮ ਦੀ ਵਿੱਦਿਆ, ਜੋ ਕਿ ਵਰਲਡ ਦੇ ਵਿੱਚ ਇਹ ਕਹਿੰਦੇ ਆ ਕੋਈ ਸ਼ਰਮ ਦੀ ਗੱਲ ਨਹੀਂ, ਸਭ ਤੋਂ ਵੱਡਾ ਧਰਮ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ਿਆ। ਉਸ ਦੀ ਜ਼ਰੂਰਤ ਹੈ ਉਹਨੂੰ ਫੈਲਾਉਣ ਦੀ, ਉਹਦਾ ਮੈਸੇਜ ਦੇਣ ਦੀ। ਅਸੀਂ ਗੁਰਦੁਆਰਾ ਸਾਹਿਬ ਬਣਾਉਂਦੇ ਹਾਂ, ਦਾਸ ਨੂੰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਸਮਾਂ ਸੇਵਾ ਕਰਨ ਦਾ ਮੌਕਾ ਮਿਲਿਆ। ਉਹ ਵੀ ਜ਼ਰੂਰਤ ਹੈ, ਬਿਲਡਿੰਗਾਂ ਵੀ ਚਾਹੀਦੀਆਂ ਹਨ, ਪਰ ਬਿਲਡਿੰਗਾਂ ਦੇ ਵਿੱਚ ਜੇ ਉਸ ਵਾਹਿਗੁਰੂ ਦਾ ਨਾਮ ਉਹਨੂੰ ਅਸੀਂ ਫੈਲਾ ਨਹੀਂ ਸਕਦੇ, ਨਿਮਰਤਾ ਪੈਦਾ ਨਹੀਂ ਕਰ ਸਕਦੇ, ਫਿਰ ਉਹ ਅਸੀਂ ਸਿੱਖ ਧਰਮ ਲਈ ਅਸੀਂ ਆਪਣੇ ਆਪ ਨੂੰ ਬੁਰਾ ਅਕਸ, ਅਸੀਂ ਬੁਰਾ ਮਾਡਲ ਪੇਸ਼ ਕਰਦੇ। ਗੁਰਦੁਆਰਾ ਸਾਹਿਬ ਹਨ ਰੋਲ ਮਾਡਲ, ਜਿੱਥੇ ਕਿ ਅਸੀਂ ਬਾਕੀ ਕੌਮਾਂ ਦੱਸਣਾ ਹੈ ਕਿ ਸਾਡਾ ਧਰਮ, ਗੁਰੂ ਸਾਹਿਬਾਂ ਨੇ ਉਹਨਾਂ ਦੀਆਂ ਕੁਰਬਾਨੀਆਂ, ਪੰਜਵੇਂ ਪਾਤਸ਼ਾਹ ਦੀ ਕੁਰਬਾਨੀ, ਨੌਵੇਂ ਪਾਤਸ਼ਾਹ ਦੀ ਕੁਰਬਾਨੀ, 10ਵੇਂ ਪਾਤਸ਼ਾਹ ਦੇ ਬੱਚਿਆਂ ਦੀ ਕੁਰਬਾਨੀ, ਉਹਨਾਂ ਨੇ ਧਰਮ ਲਈ ਸਭ ਕੁਝ ਵਾਰਿਆ। ਚਾਹੇ ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀਏ, ਇਸ ਦੇਸ਼ ਦੇ ਵਿੱਚ ਜੇ ਅਸੀਂ ਆਏ ਹਾਂ, ਇਸ ਦੇਸ਼ ਨੂੰ ਅਸੀਂ ਪੰਜਾਬ ਨਾਲੋਂ ਚੰਗਾ ਸਮਝ ਕੇ ਛੱਡ ਕੇ ਆਏ, ਕੁਛ ਕੋਲ ਨਹੀਂ ਲੈ ਕੇ ਆਏ। ਜਿਸ ਦਿਨ ਆਏ ਸੀ, ਚਾਹੇ ਕੋਈ ਮੇਰਾ ਵੀਰ 40 ਸਾਲ ਪਹਿਲਾਂ ਆਇਆ, ਚਾਹੇ 30 ਸਾਲ, ਚਾਹੇ 10 ਸਾਲ, ਚਾਹੇ 5 ਸਾਲ, ਬਹੁਤੇ ਵੀਰ ਜਿਹੜੇ ਆ ਉਹ $0 ਅਸੀਂ ਕੋਲ ਲੈ ਕੇ ਆਉਂਦੇ। ਝਾਤੀ ਮਾਰੋ ਅੰਦਰ ਕਿ ਜਿਸ ਦਿਨ ਅਸੀਂ ਜਾਣਾ ਹੈ, ਸੱਚੇ ਮਨੋਂ ਸੋਚ ਲਿਓ, ਕੋਈ ਵੀ ਸਾਡੇ ਵਿੱਚੋਂ ਐਸਾ ਇਨਸਾਨ ਸਹਿਜੇ ਕਿਤੇ ਨਹੀਂ ਜਾਣਾ ਜਿਹਦੇ ਕੋਲ $100,000 ਆਪਣੇ ਬੱਚਿਆਂ ਲਈ ਛੱਡ ਕੇ ਨਾ ਜਾਈਏ। ਆਪਣੇ ਆਪ ਨੂੰ ਝੰਜੋੜਾ ਮਾਰ ਕੇ ਦੇਖ ਲਓ। ਗੁਜ਼ਾਰਾ ਅਸੀਂ ਹਮੇਸ਼ਾ ਕਹਿਣਾ ਸੀ ਤੰਗ ਆ। ਇੱਕ ਤਾਂ ਇਹ ਵਿਦਿਆ ਦਾ, ਧਰਮ ਦਾ। ਦੂਜਾ, ਮੈਂ ਪੜ੍ਹ ਰਿਹਾ ਸੀ 1743 ਪਿੰਡ, ਜੇ ਮੈਂ ਗਲਤ ਨਾ ਹੋਵਾਂ, ਉਹ ਨਸ਼ਾ ਮੁਕਤ ਹੋਏ ਹਨ। ਉਹ ਇਹਨਾਂ ਦੀ ਬਦੌਲਤ ਜੇ 1743 ਤੱਕ ਅਸੀਂ ਪਹੁੰਚ ਗਏ ਹਾਂ, ਇਹਨੂੰ ਹੋਰ ਧੱਕਾ ਲਾ ਕੇ ਆਪਾਂ 17,000
17,000 तक भी ਅਸੀਂ ਪਹੁੰਚਾਉਣਾ। ਵੀਰ ਜੀ ਨੇ ਬਹੁਤ ਵਧੀਆ, ਬਹੁਤ ਹੀ ਅੱਛੇ ਤਰੀਕੇ ਦੇ ਨਾਲ ਵਿਆਖਿਆ ਕੀਤੀ ਸੀ ਕਿ 12 ਕਰੋੜ ਦਾ ਬਾਬਾ ਜੀ ਦੇ ਸਿਰ ਕਰਦਾ। ਆਪਾਂ ਕਹਿੰਦੇ ਨਾ ਸਿਆਣੇ ਬੰਦੇ ਨੂੰ, ਬੁੜੇ ਬਾਬੇ ਨੂੰ ਤੇ ਬਾਪ ਨੂੰ ਕੁਆਂਟਲ ਭਾਅ ਚੁਕਾ ਦਿੰਦੇ। ਫਿਰ ਅਸੀਂ ਕਹੀਏ ਬਾਬਾ ਜੀ ਕੋਈ ਨਹੀਂ ਚੱਕ ਦਿਓ, ਠੀਕ ਹੈ ਤੁਸੀਂ ਕਿਉਂ ਨਾ ਆਪਾਂ ਜਿਹੜਾ ਕੁਆਂਟਲ ਭਾਅ ਗਿਆ ਉਹਨੂੰ ਕਿਲੋ ਕਰਕੇ ਸਾਰੇ ਦਿਨ। ਹੁਣ ਇਹ ਸੋਚੋ ਕਿ ਕਿਲੋ ਭਾਅ ਸਾਡੇ ਵੀ ਕਿੰਨਾ ਔਖਾ ਹੋ ਸਕਦਾ। ਫਿਰ ਕੁਆਂਟਲ ਦੀ ਬਜਾਏ ਜਿਹੜਾ ਕੁਆਂਟਲ ਬਾਬਾ ਜੀ ਨੇ ਚੱਕ ਕੇ ਬੈਠੇ ਆ, ਔਰ ਉਹਨਾਂ ਦਾ ਸੁਪਨਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਹੋਣਾ ਚਾਹੀਦਾ। ਗੁਰੂ ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣ। ਅਸੀਂ ਵੀ ਇਹੀ ਪ੍ਰਾਰਥਨਾ ਕਰਾਂਗੇ। ਉਹਨਾਂ ਚਿਰ ਬਾਬਾ ਜੀ ਦੇ ਜਿਹੜੇ ਪ੍ਰਾਣ ਉਹ ਜਾਣੇ ਨਹੀਂ ਚਾਹੀਦੇ ਜਿੰਨਾ ਚਿਰ ਸਾਡਾ ਕੰਮ ਜਿਹੜਾ ਉਹ ਸਿਰੇ ਨਹੀਂ ਜਾਂਦਾ, ਕਿ ਸਾਨੂੰ ਕਸਮ ਖਾਣੀ ਚਾਹੀਦੀ। ਮੇਰੇ ਸਾਰੇ ਪਰਿਵਾਰ, ਭੈਣਾਂ ਨੂੰ, ਬੀਬੀਆਂ ਨੂੰ, ਬਜ਼ੁਰਗਾਂ ਨੂੰ ਬੇਨਤੀ ਹੈ, ਜੋ ਵੀ ਆਏ ਅੱਜ ਜੋ ਵੀ ਸੰਸਥਾ ਵਾਸਤੇ ਦੇ ਸਕਣ ਉਹ ਦੇਣਾ ਚਾਹੀਦਾ ਹੈ। ਔਰ ਫਿਊਚਰ ਵਾਸਤੇ ਆਪਾਂ ਪਲਾਨ, ਜਿਵੇਂ ਕਿ ਬੀਬੀ ਉਹਨਾਂ ਨੇ ਬਹੁਤ ਹੀ ਅੱਛਾ ਦੱਸਿਆ ਕਿ ਅਸੀਂ ਘਰ ਦੀ ਕਹੀ ਦਿੰਦੇ ਹਾਂ, ਅਸੀਂ ਬਿਲਕੁਲ ਉਸੇ ਤਰ੍ਹਾਂ ਇਸ ਨੂੰ ਵੀ ਐਕਸੈਪਟ ਕਰ ਸਕਦੇ ਹਾਂ। ਤੇ ਦੂਜਾ, ਮੈਂ ਪੜ੍ਹ ਰਿਹਾ ਸੀ, ਮੌਕਾ ਮਿਲਿਆ ਜਿਸ ਤੋਂ ਝਾਈ ਸਾਹਿਬ ਨੇ ਹੁਕਮ ਕੀਤਾ ਕਿ ਬੇਟਾ ਤੁਸੀਂ ਤੁਹਾਨੂੰ ਥੋੜਾ ਟਾਈਮ ਦੇ, ਥੋੜਾ ਆਨਲਾਈਨ ਜਾ ਕੇ ਮੈਂ ਉਹ ਡਾਲਰ ਦੀ ਜਿਹੜੀ ਉਹ ਕਰ ਰਿਹਾ, ਬੜੀ ਅੱਛੀ, ਜਿਹੜੇ ਵੀਰਾਂ ਭਰਾਵਾਂ ਨੇ ਕਿਸੇ ਨੂੰ ਦੇਖਿਆ ਹੋਵੇ, ਇਹਦੇ ਨਾਲ ਅੱਛੀ ਕੀ ਮਿਲ ਸਕਦੀ ਹੈ। ਇੱਕ ਬੱਚਾ ਅਡਾਪਟ ਕਰਨ ਵਾਸਤੇ ਉਹ ਬੜਾ ਅੱਛਾ ਮੈਂਸ਼ਨ ਕੀਤਾ ਸੀ ਕਿ ਜੇ ਅਸੀਂ ਕਾਫੀ ਦਾ ਰੈਗੂਲਰ ਐਵਰੇਜ ਲਈਏ $1 ਤੇ 49 ਸੈਂਟ ਜਿਹੜਾ ਉਹਦੀ ਕੀਮਤ ਪੈਂਦੀ ਹੈ ਸਰ ਐਵਰੇਜ, ਤੇ ਜਿਹੜਾ ਬੱਚੇ ਨੂੰ ਅਸੀਂ ਸਪਾਂਸਰ ਕਰੀਏ ਜਿਹੜਾ ਕਿ ਸਿੰਪਲ ਪੂਅਰ ਫੈਮਿਲੀ, ਜਿਹੜਾ ਕੋਈ ਹੈ ਨਹੀਂ, ਜਿਹਨੇ ਕਿ ਸਾਰੀ ਉਮਰ ਲਈ ਸਾਨੂੰ ਨਹੀਂ, ਸਾਡੇ ਪਰਿਵਾਰਾਂ ਨੂੰ, ਸਾਡੇ ਬੱਚਿਆਂ ਨੂੰ ਸੀਸਾਂ ਦੇ, ਕਿਉਂ ਨਾ ਆਪਾਂ ਇੱਕ ਜਿਹੜਾ ਉਹ ਦਾ ਕੱਪ ਧਿਆਨ ਦੇ ਘੱਟ ਕਰ ਲਈਏ ਤੇ ਉਹ ਬੱਚੇ ਨੂੰ $365 ਦੇ ਕੇ ਉਹਨਾਂ ਬੱਚਿਆਂ ਨੂੰ ਸਪਾਂਸਰ ਕਰੇ। ਫਿਰ ਇਹ ਹਮੇਸ਼ਾ ਹੁੰਦਾ ਇੱਕ ਕੰਟੇਜੀਅਸ ਹੁੰਦਾ ਚੀਜ਼ਾਂ, ਜਿਵੇਂ ਆਪਾਂ ਕਹਿੰਦੇ ਝੂਠ ਸ਼ਾਂਤੀ ਦਾ ਬਿਮਾਰੀ ਹੁੰਦੀ ਨਾ, ਇੱਦਾਂ ਚੰਗਿਆਈ ਵੀ ਇਸੇ ਤਰ੍ਹਾਂ ਹੈ। ਉਹ ਵੀ ਚੰਗਿਆਈ ਸਾਨੂੰ ਇੱਕ ਦੂਜੇ ਤੋਂ ਨਾਲ ਲੱਗ ਕੇ ਇੱਕ ਨੇ ਸ਼ੁਰੂ ਕੀਤਾ, ਮੈਂ ਕਿਉਂ ਨਹੀਂ ਕਰ ਸਕਦਾ। ਅਸੀਂ ਉਦਾਹਰਣ ਖੜੀ ਕਰ ਦਈਏ। ਝਾਈ ਸਾਹਿਬ ਨਾਲ ਮੈਂ ਗੱਲ ਮਾੜਾ ਜਿਹਾ ਪੁੱਛਿਆ ਸੀ, ਮੈਂ ਕਿਹਾ ਝਾਈ ਸਾਹਿਬ ਕੋਈ ਆਪਣਾ ਟੀਚਾ ਇੱਥੇ ਕੋਈ ਐਸਟੀਮੇਟ, ਝਾਈ ਸਾਹਿਬ ਨੇ ਦੱਸਿਆ, ਕਹਿੰਦੇ ਐਸਟੀਮੇਟ ਬੇਟਾ $2 ਲੱਖ ਤਕਰੀਬਨ ਅਸੀਂ ਚਾਹੁੰਦੇ ਹਾਂ ਵੀ ਜ਼ਿਆਦਾ ਨਹੀਂ ਆਪਾਂ ਕਰ ਸਕਦੇ। ਉਹਦੇ ਵਿੱਚੋਂ ਇਹਨਾਂ ਨੇ ਮੈਨੂੰ ਐਸਟੀਮੇਟ ਦੱਸਿਆ ਸੀ ਉਹ ਵੀ ਕਿ ਨੀਅਰ ਅਬਾਊਟ ਟੂ ਮੇਨਟੇਨੈਂਸ ਜਿਹੜੀਆਂ $1.5 ਲੱਖ ਹੋ ਚੁੱਕੇ। ਹੁਣ ਤਾਂ ਹਾਥੀ ਨਿਕਲ ਕੇ ਪੁੱਛ ਰਹੀ ਆ ਕਿਉਂ ਨਹੀਂ ਆਪਾਂ ਹੁਣ ਇਹਨੂੰ ਪੂਰਾ ਕਰਕੇ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ 24 ਤਰੀਕ ਨੂੰ ਖੁਸ਼ ਹੋ ਕੇ ਇੱਥੋਂ ਜਾਣਾ ਤੇ ਸਾਨੂੰ ਅਸੀਸਾਂ ਦਿੰਦੇ ਜਾਣ। ਇੰਨੇ ਸਮੇਂ ਦੇ ਦੌਰਾਨ ਦਾਸ ਛੋਟਾ ਬੱਚਾ ਹੈ, ਕਮੇਟੀ ਦਾ ਛੋਟਾ ਬੱਚਾ ਹੈ, ਜੇ ਕੋਈ ਕਿਸੇ ਕਿਸਮ ਦੀ ਗੁਸਤਾਖੀ ਕੀਤੀ ਹੋਵੇ ਉਹਨੂੰ ਬੱਚਾ ਸਮਝ ਕੇ ਮਾਫ ਕਰਨਾ। ਇੱਕ ਮੈਨੂੰ ਬਾਬਾ ਜੀ ਦੀ ਗੱਲ ਬਹੁਤ ਚੰਗੀ ਲੱਗੀ ਸੀ, ਜਿਹੜੀ ਇਹਨਾਂ ਨੇ ਦੱਸਿਆ ਸੀ ਨਾ ਕਿ ਉਹ ਬੈਠਾ ਸੀ ਇਹਨਾਂ ਦੇ ਕੋਲ ਤੇ ਉਹ ਕਹਿੰਦਾ ਸੀ ਮੈਂ ਸਿੱਖੀ ਨੂੰ ਨਫ਼ਰਤ ਕਰਦਾ, ਤੇ ਬਾਬਾ ਜੀ ਦੇ ਨਾਲ ਗੱਲ ਕਰਨ ਤੋਂ ਬਾਅਦ ਉਹ ਸਿੱਖੀ ਨਾਲ ਪਿਆਰ, ਮੈਨੂੰ ਉਹ ਨਾ ਗਾਣਾ ਯਾਦ ਆਇਆ। ਅਸੀਂ ਤਾਂ ਛੋਟੇ ਛੋਟੇ ਹੁੰਦੇ ਸੀ ਤਾਂ ਉਹ ਬੜਾ ਵਧੀਆ ਮੂਵੀ ਦਾ ਗਾਣਾ ਸੀ, नफरत करने वालों के सीनों में प्यार भरो, मैं वो परवाना हूं पत्थर को मोम कर दूं। ये सारी सिक्की जी सिक्की इतों शुरू होती है, इतने ही असं को अगे लैके जाके असी
ਅਸੀਂ ਜਿਹੜਾ ਕਿਸੇ ਦੇ ਮਨ ਦੇ ਵਿੱਚ ਨਫ਼ਰਤ ਨੂੰ ਪਿਆਰ ਦੇ ਨਾਲ ਦੂਰ ਕਰੀਏ, ਆਪਣੀ ਐਜੂਕੇਸ਼ਨ ਦੇ ਨਾਲ ਦੂਰ ਕਰੀਏ, ਆਪਣੇ ਧਾਰਮਿਕ ਜਿਹੜੀਆਂ ਐਗਜ਼ਾਮਪਲਾਂ ਦੇ ਕੇ ਉਹਨੂੰ ਦੂਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਬੰਦਨਾ ਹੈ ਡਾਕਟਰ ਖੇਮ ਸਿੰਘ ਹੋਰਾਂ ਨੂੰ ਕਿ ਤੁਸੀਂ ਪ੍ਰੇਮ ਦੇ ਪੁੰਜੋ ਯੂ ਹੈਵ ਡੈਡੀਕੇਟਿਡ ਯੂਰ ਲਾਈਫ ਟੂ ਦਿਸ ਕਾਜ਼। ਸਾਨੂੰ ਵੀ ਕੁਝ ਪ੍ਰਸਾਦ ਕਰਨੀਆਂ ਉਸ ਡੈਡੀਕੇਸ਼ਨ ਦੀਆਂ ਬਖਸ਼ਿਸ਼ ਕਰੋ ਤਾਂ ਕਿ ਸਾਡੇ ਹਿਰਦਿਆਂ ਦੇ ਵਿੱਚ ਵੀ ਪ੍ਰੀਤ ਜਾਗ ਸਕੇ, ਭਾਵਨਾ ਜਾਗ ਸਕੇ ਤੇ ਜਿਹੜਾ ਗੁਰੂ ਮਹਾਰਾਜ ਨੇ ਵਚਨ ਕੀਤਾ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਵ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਤੇ ਅਸੀਂ ਵੀ ਇਸ ਕਾਲ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਗੁਰੂ ਮਹਾਰਾਜ ਦੀ ਬਖਸ਼ਿਸ਼ ਅਸੀਂ ਪ੍ਰਾਪਤ ਕਰ ਸਕੀਏ। तो बेनती डॉक्टर खेम सिंह होਰਾਂ ਨੂੰ ਆਪਣੇ ਆਪਣੇ ਬਦਲ ਸਾਡੇ ਨਾਲ ਸਾਂਝੇ ਕਰਕੇ ਸਾਨੂੰ ਪ੍ਰੇਰਨਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। नमस्कार। आए हुए प्यारे वीरों, बहनों, सज्जनों, वाहिगुरू जी का खालसा, वाहिगुरू जी की फतेह। साध संगत जी, किसी भोज में बिजी हो गए पर फिर भी थोड़ी कृपा करना, हौली हौली चलना, मेहनत चलना। साध संगत जी, 15वीं सदी ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਪਿਰਚੁਅਲ ਫੀਲਡ ਵਿੱਚ ਧਾਰਮਿਕ ਵਿਸ਼ੇ ਦੇ ਵਿੱਚ ਇੱਕ ਰੈਵੋਲੂਸ਼ਨ ਲਿਆਂਦਾ। ਸੁਲਤਾਨਪੁਰ ਲੋਧੀ ਤੋਂ ਹੋਕਾ ਦਿੱਤਾ, ਕਾਨਪੁਰ ਇੱਕ ਹੈ, ਉਹ ਵੰਡਿਆ ਨਹੀਂ ਜਾਂਦਾ। ਸਾਰੀ ਦੁਨੀਆ ਉਹਨੇ ਬਣਾਈ ਹੈ, ਸਾਰੀ ਦੁਨੀਆ 'ਚ ਵਸਿਆ ਹੋਇਆ ਹੈ। ਸਾਰਿਆਂ ਵਿੱਚ ਜੋ ਵੀ ਇਨਸਾਨ ਹੈ, ਜੋ ਜੀਵ ਜੰਤ ਹੈ, ਸਾਰਿਆਂ 'ਚ ਵਸ ਰਿਹਾ ਹੈ। ਇਸ ਲਈ ਇਸ ਨੂੰ ਰਸਤੇ ਚੱਲ ਕੇ ਇਸ ਨੂੰ ਮਹਿਸੂਸ ਕਰੋ, महसूस करके अपने दिल में नफरत काट दियो और प्रेम ना रुड़ो, शांति ना रहो, तरक्की करो, अपना जीवन सफला करो। ये होका धन धन गुरु नानक देव जी महाराज ने उतो शुरू करके 22 साल पैदल जाके उस वे सारी बचती दुनिया में आप जाके दिता। साथ संगत जी, इसे तरह ही सच्चे पातशाह साध संगत जी विद्या के वास्ते रेवोल्यूशनरी आइडिया दसे। गुरु साधी विद्या विचार पढ़ पढ़ पाए मान। ऐसी विद्या पढ़ लो जेड़ी कि भाई दुनिया के काम भी अपना असी पढ़ते हैं, दुनिया के कामों वास्ते पढ़ते हैं। साध संगत जी, पर उहदे नाल ਉਹ ਵਿਦਿਆ ਪੜੋ ਗੁਰੂ ਨਾਨਕ ਦੀ ਜੋ ਭਾਈ ਧਾਰਮਿਕ ਕਾਲ ਦੀ ਵਿਦਿਆ, ਉਸਨੇ ਆਪਣਾ ਜੀਵਨ ਸਫਲਾ ਹੋਵੇ और जीवन कर्मी पदकारी हो सके और आइडियल वर्ल्ड सिटीजन बन सके। वो सारा रास्ता सच्चे पातशाह ने गुरबाणी राही गुरु ग्रंथ साहिब की माए कर दी है। यह सनासी बन सकते हैं। साध संगत जी, इस टीके के नाल धन धन गुरु गोबिंद सिंह जी महाराज ने ऐसा सारे गुरु साहबान ने उन्होंने सिदत रेवोल्यूशन ले आंदा, खालसा प्रगट करता, जात पात दा भेद सब मिटाता। वो गुरु नानक दस्या रास्ता के इस तरह तुसी सही इंसान बनना, वो समय बनाता और जुगल दसती भाई इस तरह अपना जीवन सफल कर सकते हो। साथ साथ ही ऐसा दुर्ग का नाश कर सकते हो, ऐसा सी अपनी माता की सेवा कर सकते हो। ऐसा साध संगत जी इस वे अपने ऐसे शरीर के दोए आए थे कि घर पहले कुछ रहने नहीं। उस वे संत सूर्य सतत सिंह जी महाराज ने जो महापुरुष के पास भेजे आए सन, उन्होंने भी इस रेवोल्यूशन लिया कि जिथे कैसे ना नहीं रहना, 1900 तक कोई सिख नहीं रहना, गुरुद्वारे गिरजेघर बन जाएंगे, हरमंदिर गिरजाघर बन जाएगा। उथे जो ने चढ़ाई की थी तो 40 लाख की आबादी हो गई थी। हर घर दादा नाम
पछड़ा पैसे पिंडा उठाने वास्ते और रेवोल्यूशन आइडिया दिता सी गुरु नानक देव जी महाराज ने विद्या विचार की परोपकारी उधर स्कूल कॉलेज करवाए उनका आशा यहो सी कि विद्या पूरी जी विद्या चंगी पढ़न पर ना गुरमती विद्या पढ़ाई जाएगी ताकि अच्छे इंसान बन सकन परोपकारी बन सकन उस पढ़ाने वास्ते सके पातशाह ने फिर रेवोल्यूशनरी स्टेप लिया अपने नियंत्रक संत तेजा सिंह जो एमए पढ़े हुए संसार से ध्यान रखना खाई भी जाओ गल सुनने वाली है उस वेले एमए अज तो कई पीढ़ियों तो वध लायक संसार सिंह जी वो खालसा कॉलेज के प्रिंसीपल उन्होंने अपना जीवन अर्पण कर पाया इस प्रोग्राम ਲਈ भाई तेजा सिंह तू ठीक पढ़े ਅਸੀਂ ਕਹਿੰਦੇ ਆ ਤੂੰ ਬਾਹਰ ਜਾ ਹੋਰ ਵਿਦਿਆ ਲੈ ਕੇ ਆ ਸਾਰੀ ਦੁਨੀਆ ਦੇ ਮਾਡਲ ਦੇਖ ਕੇ ਸਿੱਖ ਕੇ ਆ ताकि स्कूल से क्राफ्ट पर खोलिए ऐसी शासन की विजन ऐसी दृष्टि ऐसा प्रेम स्कूल कॉलेज की सेवा की यूनिवर्सिटियां नहीं पता रखे अपने उसको ना बनाने वास्ते संत से बाहर पड़े समा नहीं तुसी काली जो इस करके कोई साधु मात्र वो बाहर आए शासन की पढ़ता और भी दुनिया आनी सी पर वे विद्यार्थी बने कैमरे यूनिवर्सिटी प्रशिक्षण की सब तो अव्वल नंबर यूनिवर्सिटी थी उथे केसदाड़ी पगड़ी समेत पहले विद्यार्थी ने रास्ता खोलिया सारे सिखा लिए पहला केस कटा के टॉप लेके फिर जाना पैदा सी इतना नहीं कैमरे तो कोलंबिया यूनिवर्सिटी फिर अपने हार्वर्ड में डिग्री ली सारी दुनिया की नंबर यूनिवर्सिटी है नाल पढ़ाई दे जो सानू भाषा की शिक्षा मिली सी पहले धर्मस्थान खोले स्थापन यूएसए का 2020 तक कनेडा का और शेफर्ड लंदन का यूरोप का पहला गुरुद्वारा पहले दफा अंग्रेजी भाषा गुरु नानक देव उपदेश को उन्होंने बात पाया और बाहरी दुनिया पहली फार्मूला सिखाया और पहली दफा जो शादी का जो नानका सी वो भी अपने हथी कराया शासन इन्नी विद्या ला के सारे प्रोग्राम विद्यालय चलाए कोई नौकरी नहीं की शासन की सेवा की मेहनत कॉलेज स्कूलों की सेवा की चलाए उन्होंने शासन की फिर इस प्रोग्राम को बढ़ाने वास्ते जो जिसका मुख्य तस्वीर बनता सी अपने बड़े साहब की धरती लई और पिंड खरीदिया और उथे भी शासन की रेवोल्यूशनरी बेनती की थी हे गुरु नानक ए बोर्ड के बीवी माता सी स्थान खोल ले हां ए जिस तरह बोर्ड का दरख्त होता है इतना फैला उस तरह फैले साध संगत जी जब विजन सी बच्चे मारमा के पढ़न विद्या लैन गुरमत करन अच्छे इंसान होकर निकल आज जो सुपना आज जो अरदास की हुई रेवोल्यूशनरी अरदास साध संगत जी बड़ी पूर्ण हुई है एक स्कूल पंजाब के बच्चों तो अगे 130 स्कूल हो गए ने तीजा 500 है सारे दे स्कूल लोगों ने आप कराए ने जमीन फ्री दी और असी सह सभा दरख्त जिस तरह वादा है अपने तो ऐसे स्कूल सच्चे पातशाह ने कुछ बनी गए ने क्योंकि नतीजे चंगे आए सुन लिया किस तरह बच्चों ने अपने माँ प्यो को सिखी वन लाता छुड़ा दे ऐसे के नाल साध संगत जी इसका होर यूनिवर्सिटी बन गई फिर इसमें पिता ने साध संगत जी रेवोल्यूशन ले आंदा अपने सच्चे पातशाह की गुरबाणी सारी लोका तो लेके बाबा मनी सिंह जी नु उस चप्पड़ के किनारे एक छोटे सरदोर के किनारे बह के लिखवाई सारी और लिखवा के संपूर्ण करके और सारी समुद्री उस व्यवस्था के संगठन इकट्ठी करके क्या ये है प्रकट हमारी काशी वो बहुत बड़े लर्निंग सेंटर की नींव रख दी साध संगत जी वो जो बदल गए अभी तक दसिया किस तरह इलाके तक नहर कर रही हैं फसलें हो रही हैं बाग लगे हुए उस वेले नहीं सन कभी रिसेंटली 10 जाता रहा इतने जाएगा सी और कोई पानी नहीं थी और सब कुछ उत्ते हो गया साध संगत जी ऐ जो वचन सी रेवोल्यूशनरी इन्हें आना सी समा आ गया होने का और उस दिन वास्ते साध संगत
कर सकते हैं। उन्होंने कोले गए, उन्होंने साथ संघर्ष मन के सेवा की, बहुत बड़ी सेवा की। उस सेवा की साथ संगत जी उस तो पहला कदे मंगया नहीं, उन्होंने कभी अपील नहीं की। सहसवा जो सेवा आ गई सेवा चलती, उसने उन्होंने अपील की कर कर मंगया जाके मंग मंग के क्या के पाए गुरु की सेवा चल रही है। शिक्षा पालो, अपना जीवन सफला कर लो। किसी ने क्या मारा जाने सानू हुक्म करो, थोड़ी शान की शान ही मंगते हो। गुरु नानक का साड़ी काली शान असी तो दुखा भाई तुम भी सेवा कर लो। सच्चे पातशाह का इतनी बरकत है, सोने दी नहर चल जान पर असी नहीं कि दुनिया का भला करना है, सबका हिसाब पाना है। क्योंकि सच्चे पातशाह हुक्म है इसकी सेवा माया ना करके सच्चे पातशाह प्रभुनी साथ संगत जी ऐसा सेवा सुख आई। सब तो बड़ा सरोवर बढ़िया नाल गुरुद्वारा बनाया और नाल साथ ने गुरमत विद्यालय खोलिया, जिथे बच्चे गुरमत विद्या सीखते हैं, शब्द कीर्तन सीखते हैं। बहुत सारे विद्वान बन चुके हैं और चल रहा हाल गुरुद्वारा उस जो गुरुमत से नहीं रखी थी उस मुकाम बढ़ाया। आज साथ संगत समा आ गया, वो सारे प्रोग्राम देख के किस तरह काल अकेडमियां ऐसा चेंज लिया की चेंज लिया है भाई। साथ संगत जी जिथे फसलों से रेवोल्यूशन आया, दुनिया की भुखमरी, हिंदुस्तान की भुखमरी, नॉर्दर्न इंडिया ने खास करके पंजाब ने भुखमरी बहुत उसका हिस्सा पाया। वो रेवोल्यूशन होर से चढ़ गया, उसी से चढ़िया नशिया का रेवोल्यूशन आ गया। नशिया के रेवोल्यूशन ने सानू खा ही लिया। शासन जी थोड़ी जनरेशन उठन ही नहीं दे रही, विद्या बच्चे पिछे रह गए हैं। ये चेहरे इस तरह सभी लामे मेंढा के सामने देख रहे हैं, ये जुल्म हो रहा है। इसको दिल कर ली शासन जी जिस तरह महापुरुषों ने गुरु नानक का नुस्खा वरत्या सी, छूत लाए सी, अदों स्कूलों राही ये नशे दूर हो रहे हैं। ये भी पिंडा की एजुकेशन रेवोल्यूशन है। साथ ही क्रांति आ रही है, ये दिस रही है क्रांति ताई की दुनिया दे रहे हैं। पहला पंजाब में सी, हरियाणा के साढ़े खोलो, राजस्थान के साढ़े खोलो, उत्तर प्रदेश साढ़े खोलो, सारे स्कूलों का जान विछड़िया, ये होर विछेगा। शायद भाई रेवोल्यूशन साथ करने की आन है, ये हो रहा है, ये बहुत सहयोग है। उसी स्कूलों को बनाने वास्ते यूएसए वाले ने, कनेडा वाले ने, अमेरिका वाले ने और इंग्लैंड वाले ने युद्ध अपने भारत वाले ने भी बहुत अच्छा पाया, बिल्डिंग बनाई शासन जी। कली कली बिल्डिंग से 8-10 करोड़ रुपया लगता है और स्कूल बनाने वास्ते स्कूल एवं नहीं बन जाते, बच्चे ने फीसा स्कूल नहीं बन सकदियां। और फिर सारे पिंडा ने खेतों में साथ संगत जी रेवोल्यूशन आ रही एजुकेशन से जिस तरीके ने पढ़ाई माड़ी हो गई, नशे हो गए, ये सबके काबू पा रहे हैं। पढ़ाई चंगी हो गई, चंगे बच्चे डॉक्टर बनने, इंजीनियर बनने, बाहर यूनिवर्सिटी समानी को दसिया जाए, बाहर यूनिवर्सिटी आ रहे ऐसे सारी पिछले साल बच्चा होमकी तो करोड़ यूनिवर्सिटी में आप बनया। उन्होंने सैट हाई नंबर, दूसरे सैट वेरी हाई नंबर, फिर तो 5/5 उन्हें पैसे स्कॉलरशिप देके अपने साथ संगत जी स्टूडेंट के तौर पर लिया के अपनी फीसा देके हो रहे हैं। ऐसे के पढ़ाई नशिया तो मुक्त परिवार अपने मुझ उसी की बर्बादा एक रेवोल्यूशन साइलेंट रेवोल्यूशन शुरू हो गया। साथ संगत जी यूनिवर्सिटी बन गई, टाटा यूनिवर्सिटी सारे को देख के फिर लोगों ने क्या बिना स्कूल खोल रहे हो, यूनिवर्सिटी भी खोलो। यूनिवर्सिटी शासन फैसला आया, वो दशमेश बनाने जो पतन किए हुए हैं वो इतने फुल चढ़ाने हैं जो पहले ही महापुरुषों ने विद्या खोल दिता है। उसे स्थान ने जमीन दी उथे बन रही साथ संगत जी। और उस यूनिवर्सिटी में भी वो जो जहाज सच्चे पातशाह ने तैयार किया, जिस दिन सानू लाया जो मारी लिखाई संपूर्ण की कापियां तख्तां ने हाजिर ने आप कापी वारी ले जाके अपने जोड़ी मास्टर तो पहला हजूर साहब करना करके साथ संगी सानू शब्द गुरु के लाड़ लाया। इस तो बाद गुरु नानक ने शब्द गुरु
इज ए साइंस। ये गल्लां बातां नहीं है, ये साइंस है। सच्चे पातशाह ने जो धर्मी खोजी सन, भावें किसी धर्म के सन, गरीब सी, अमीर सी, राजा सी, चुमियार सी, उन्हां महापुरुषां दी बाणी कहने अकाल तख्त नूं राधिया अपने तरीके नाल सच्चे गुरु राधिया नूं सही रस्ता मिल गया। सब ने एक जबान में किया केवल अल्लाह नूर पाया कुदरत के सब बंदे। बेगम शहर को नाम आजाए ने कर रागो रंग, ए सारिया ने इको जबान है, इको हुक्म दिता। ये रेवोल्यूशन नहीं तो होर की है साथ संगत दी। इसलिए भाई उस रेवोल्यूशन स्टेप का जो असीं अपनी गुरबाणी जो संदेश है असीं अपने कोले ले बैठे हैं। सानू लाभे मिल रहे हैं। ये वालीवाल जिहड़े है वो गां नहीं बन रहे, सच्चे पातशाह ने बाणी रखी है सारी दुनिया ने आपको का दिता साध संगत जी। इसलिए ये जो यूनिवर्सिटी बननी है अकाल यूनिवर्सिटी गुरु काशी धाम साहिब साध संगत जी जिथे बाकी साइंस के कार्य होने, इंजीनियरिंग का, मेडिकल का, बिजनेसमैन का, बहुत सारे जिस तरह साइंस के कार्य होंगे ऐसे का सेंटर भी होएगा। उत्थे साध संगत जी गुरबाणी जिहड़ी जहाज है सब मानता भी को संदेश दे रही है किस तरह अच्छे इंसान बनना है, किस तरह अच्छे इंसान बन के अपना जीवन को कर सकते हो। उस सारी दुनिया की वड्डियां भाषा ट्रांसलेशन किया जाएगा। नाल वो विद्यार्थी तैयार किए जाने उन्होंने जमानों च उनके रहन सहन का बंदोबस्त ताकि वो निष्काम होकर बाहरिया जबाना च उसका संदेश दुनिया तक पहुंचा सकन, ताकि यह जो पक्का रास्ता शांति का परमानेंट पीस जो गुरु नानक ने दसिया सानू, जो गुरु ग्रंथ साहिब दर्ज है वो मैसेज साध संगत जी रेवोल्यूशनरी मैसेज दुनिया तक पहुंचे साडा फर्ज है, तो पैरोकार है। इसलिए भाई साध संगत जी आप सारे रखे और नवी यूनिवर्सिटी बन रही है, तुसी बड़ा सहयोग दिता है, इतों तक आ रही है। हमला मारने की खीर की लोड़ है ताकि जो कर्जे कुर्जे ले और भी ठीक हो जाए और यूनिवर्सिटी में जुलाई तक चालू हो जाए। मैंने पूरी उम्मीद है कि जो तो सज्जन सारे आए हो कले कला ना ऐसा हो सारे जितने भी सारे बड़े प्रेम वाले हो ताई ये मेला छड़ के इतने आए हो। तुसी अपने टीके मिले हैं टीचर थोड़े सामने साथ जी आपे कमरिया की सेवा कराइए। 6,000 तक कमरा बन जाता है, 10,000 तक कमरा बन जाता है, क्लासरूम 20,000 तक बनता है। अपनी अनुसार कले कले भैन भरा के और परिवार के साथ संगत कमरे बनाओ ताकि अपना सारा करदा हुआ प्रोजेक्ट जो है रेवोल्यूशनरी प्रोजेक्ट है ये भी सिरे चढ़े और साथ संगत आप उसको सारे मानता संदेश पहुंचाइए, आप कमाइए और जो साढ़े है जो नशे का होश करना पढ़ाई का और करप्शन का जो भी वास्ते ने साढ़े समाज का दुनिया ने उसका हालत बाद ये हालात है। ऐसे विद्यार्थी पढ़े होंगे इतने जरूरत पड़ी होगी उन्होंने करप्शन रोकनी है, उन्होंने लगे समाज को ठीक करना है, उन्होंने मिला के सारिया गलात पे काबू पाना। साध संगत जी अपने बच्चे है अपनी राज है पाने लिखे है आए उसके देश में है सारे एकजुट हो जाइए थे जो असं दे देंगे मसाला न्यूज़ दियाँ न्यूज़ ने किया भाई और गल्ला नाल करके दिखाया। इसलिए साढ़े ने बहुत बख्शा की तो सरकार बनाया सानू ऐसा सच्चे पातशाह ने राह दसिया जो गाड़ी का दुनिया ने किसी ने नहीं दसिया हाल ताई। आओ भाई सारे इकट्ठे होकर असी सेवा एक कुंभ में हिस्सा पाइए और जो महापुरुषों का ये आदर्श है सच्चे पातशाह पूरा एक करके जरूर करके क्यों नहीं होएगा उन्हें देखते देखते यूनिवर्सिटी चलेगी। सच्चे पातशाह उन्होंने जितनी उम्र देगा वो खालसों ने हुक्म है। अरे मैंने पूरा विश्वास है कि यूनिवर्सिटी बनने तो बाद ही सच्चे पास जो हुक्म चलेगा। साथ जी का बहुत बहुत धन्यवाद जी आया जो तुम आओ इन्होंने मंदिरों के चलते गुरदे जो वर्के गुरुद्वारे ने स्कूल ने यूनिवर्सिटियां ने उन्हें दर्शन करो सानू होश का
दुनिया तक ये मैसेज पहुंचाइए। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੰਨੀਆਂ ਸੰਗਤਾਂ ਨੂੰ ਇੱਥੇ ਦੇਖ ਕੇ ਬਹੁਤ ਹੀ ਦਿਲ ਖੁਸ਼ ਹੋ ਰਿਹਾ। ਗੁਰਦਾਸ ਮਾਨ ਜੀ ਦਾ ਸ਼ੋਅ ਛੱਡ ਕੇ ਵੀ ਤੁਸੀਂ ਇੱਥੇ ਆਏ ਹੋ, ਇਸ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਬਹੁਤ ਸ਼ਰਧਾ ਹੈ ਇੱਥੇ। ਮੈਂ ਇੱਥੇ ਸਿੱਖ ਰਿਲੀਜੀਅਸ ਸੁਸਾਇਟੀ ਸ਼ਿਕਾਗੋ ਅਤੇ ਗੁਰਦੁਆਰਾ ਸਾਹਿਬ ਪੈਲਟਾਈਨ ਵੱਲੋਂ ਸਤਿਕਾਰਯੋਗ ਬਾਬਾ ਇਕਬਾਲ ਸਿੰਘ ਜੀ ਅਤੇ ਡਾਕਟਰ ਖੇਮ ਸਿੰਘ ਜੀ ਇਹਨਾਂ ਨੂੰ ਜੀ ਆਇਆਂ ਕਹਿੰਦੀ ਵੀ ਵੈਲਕਮ ਯੂ। ਮੈਂ ਇੱਕ ਗੱਲ ਸਾਰੀ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਮਿਕਸਰ ਦੀ ਗੱਲ ਕਰਨੀ ਹੈ, ਅੱਧੀ ਪੰਜਾਬੀ ਅੱਧੀ ਅੰਗਰੇਜ਼ੀ, ਸਿਰਫ ਇਸ ਲਈ ਕਿ ਕਈਆਂ ਨੂੰ ਪੰਜਾਬੀ ਸਮਝ ਆਉਂਦੀ ਹੈ, ਕਈਆਂ ਨੂੰ ਅੰਗਰੇਜ਼ੀ ਜ਼ਿਆਦਾ ਸਮਝ ਆਉਂਦੀ ਹੈ। ਪਰ ਰੈਪੀਟੀਸ਼ਨ ਨਹੀਂ ਹੋਏਗੀ, ਪਰ ਮਿਕਸਰ ਜਿਹਾ ਹੋਏਗਾ, ਸਭ ਨੂੰ ਸਮਝ ਆ ਜਾਏਗੀ ਗੱਲ। We are humbled and honored at the same time that Baba Ji has chosen us partners in this endeavor in the true spirit of city. अकाल यूनिवर्सिटी उस पवित्र स्थान से बन रही है जिथे करीब 300 साल पहले श्री गुरु गोबिंद सिंह जी महाराज ने दमदमी बीर साहब लिखाए सन। बीर साहब के कंप्लीट होने तो ये मुकम्मल होने तो बाद बचिया हुई कलमां जे इंक अते पेन नदी विच सुट दित्तियां सन। उत्थे अजकल लिखन सर गुरुद्वारा भी बनया हुआ है। अते उस वेले गुरु साहब ने संगतां नूं वड़ दिता कि जिस तरह हिंदुओं का सेंटर फॉर हायर एजुकेशन बनारस में है, इसी तरह ही साडा सिख सेंटर फॉर हायर एजुकेशन गुरु की काशी इत्थे बनेगी। ये पर सानू सेवा किस किन्ना के हथों होनी है इसका पता नहीं सी। वाहिगुरु जी ने जिससे मेहर करनी होवे, जिससे हथों सेवा करवानी होवे और उसे ही सेवा मिलती है। बाबा इकबाल सिंह जी होरां ते गुरु साहब की बख्शिश हुई। इन्हां ने गुरु जी दी शरण लैके अकाल यूनिवर्सिटी उसकी सेवा आरंभ की थी। इस तरह प्रोक्लेमेशन नूं एक्चुअलाइज करने का बीड़ा चुकिया। Construction of Guru Ki Kashi Akal University is in progress. This project cost almost 500 crores. आज ਅਸੀਂ ਇੱਥੇ ਇਕੱਤਰ ਹੋਏ ਹਾਂ, ਸਾਡਾ ਫਰਜ਼ ਬਣਦਾ ਹੈ ਇਸ ਕੰਮ ਨੂੰ ਸਿਰੇ ਚੜਾਉਣ ਵਾਸਤੇ ਪੂਰਾ ਯੋਗਦਾਨ ਦਈਏ। ਇੰਨੀਆਂ ਮਹਾਨ ਯੋਜਨਾਵਾਂ ਦਾ विजन भी बहुत ही फार साइटेड है। The vision is to establish a permanent peace in the world through value-based education, सिर्फ education नहीं, value-based education and spiritual rejuvenation, creating good global citizens. Our prayers are offered to the Almighty so that their mission is fully accomplished and Babaji's health is restored too. Babaji, साडे वालों एक अर्ज है, एक रिक्वेस्ट है। आज सानू तुसीं आशीर्वाद दो कि शिकागो की साथ संगत तुहाडे नक्शे कदम ते चलदे हुए प्यार सहित तन मन धन नाल कौम की सेवा करे। वाहिगुरु जी का खालसा, वाहिगुरु जी की फतेह। कबीर सेवा को दोए भले एक संत एक राम, राम जो दाता मुक्त को संत पावे नाम। संत के ऊपर देखा भात, संत के संग बसे दिन रात। गुरु का शासन की आचार्य जानते हुए
ਸਿੰਘ ਜੀ, ਡਾਕਟਰ ਪ੍ਰੇਮ ਸਿੰਘ ਜੀ ਗਿੱਲ, ਜਿਨ੍ਹਾਂ ਨੇ ਇੱਕ ਕਦਮ ਜਿਹੜਾ ਚੁੱਕਿਆ ਉਹ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਤੇ ਸਿੱਖ ਕੌਮ ਨੂੰ ਐਜੂਕੇਟ ਕਰਨ ਵਾਸਤੇ ਚੁੱਕਿਆ। ਦਾਸ ਨੂੰ ਇਹਨਾਂ ਦੇ ਜਨਮ ਬਖਸ਼ੀ ਦਾ ਕਈ ਦਫਾ ਮੌਕਾ ਮਿਲਿਆ, ਕਈ ਸਾਲ ਤੋਂ ਦਾਸ ਜਾਂਦਾ, ਪਿਛਲੇ 35 ਸਾਲ ਤੋਂ। ਸੋ ਇਹ ਆ ਕਿ ਮੇਰੇ ਕੋਲ ਐਸੇ ਕੋਈ ਵਰਡ ਨਹੀਂ ਜਸਨੀ ਜਿਨ੍ਹਾਂ ਦਾ ਮੈਂ ਇਹ ਮਤਲਬ ਇਹਨਾਂ ਡਿਸਕ੍ਰਾਈਬ ਕਰ ਸਕਾਂ ਕਿ ਇਹਨਾਂ ਨੇ ਜਿਹੜੀ ਮਿਹਨਤ ਕੀਤੀ ਆ ਪਿਛਲੇ ਸਾਲਾਂ ਤੋਂ। ਇੱਕ ਸਿੱਖਾਂ ਦੀ ਸਾਡੀ ਹਾਈਲੀ ਐਜੂਕੇਟਡ ਆਰਗੇਨਾਈਜੇਸ਼ਨ ਆ। ਸੋ ਸਾਡਾ ਸਭ ਦਾ ਫਰਜ਼ ਬਣਦਾ ਕਿ ਜਿਹੜਾ ਇਹਨਾਂ ਨੇ ਗੁਰੂ ਕੀ ਕਲਸ਼ੀ ਦਾ ਜਿਹੜਾ ਲੈ ਕੇ ਆਏ ਨੇ, ਹਰ ਇੱਕ ਸਿੱਖ ਦਾ ਨਿੱਜੀ ਫਰਜ਼ ਬਣਦਾ ਹੈ ਉਸ ਵਿੱਚ ਅਸੀਂ ਯੋਗਦਾਨ ਪਾਈਏ। ਸੋ ਇਹ ਇਹਨਾਂ ਦਾ ਇਹ ਕਾਬਿਨੀ ਇਹ ਸਾਰੀ ਸਮੁੱਚੀ ਸਿੱਖ ਕੌਮ ਦਾ ਕਾਰਜ ਆ। ਸੋ ਟਾਈਮ ਲਾਉ ਨਹੀਂ ਕਰਦਾ, ਮੇਰੇ ਕੋਲ ਕਲਾਸ ਦੀ ਜਿਹੜੀ ਵਾਕੀ ਦੀ ਸੰਗਤ ਨੇ ਜਿਹੜੀ ਸੇਵਾ ਪਾਈ ਆ ਉਹ ਦੂਜਾ ਸਾਹਿਬ ਦੇ ਸਹਿਯੋਗ ਨਾਲ, ਸਾਡੇ ਮੇਰੇ ਵੀ ਪਰਮਜੀਤ ਸਿੰਘ ਚਾਲ ਉਹਨਾਂ ਦੇ ਸਹਿਯੋਗ ਨਾਲ ਅਤੇ ਗੁਰਮੁਖ ਸਿੰਘ ਹੋਰਾਂ ਦੇ ਸਹਿਯੋਗ ਨਾਲ ਤੇ ਉੱਥੋਂ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਉਹ ਇਸ ਪ੍ਰਕਾਰ ਆ। ਸਰਜੀਤ ਸਿੰਘ ਤੂਰ $5000, ਪਰਮਜੀਤ ਸਿੰਘ ਦਵਿੰਦਰ ਕੌਰ $500, ਪਰਮਜੀਤ ਸਿੰਘ ਚਾਲ $2100, ਦਾਸ ਜਮ ਸਿੰਘ ਗੁਰਬਾਰਾ ਦਾ ਪਰਿਵਾਰ $10000, ਮਿਲਰੋਡ ਸਿੰਘ ਕੋ $3000, ਪ੍ਰਦੀਪ ਸਿੰਘ ਅਹੂਜਾ, ਗੁਰਮੁਖ ਸਿੰਘ $3000, ਹਰਦੀਪ ਸਿੰਘ ਗੋਲਡੀ $3000, परमजीत सिंह सिद्धू $500, महेंद्र सिंह औड़क $500, डॉक्टर गुरजन सिंह गरेवाल $500, टूर ऑटो रिपेयर $500, डॉक्टर कुलवंत सिंह धालीवाल $1000, दर्शन सिंह धालीवाल $1000, परमजीत सिंह गोपाराय $1500, बलविंदर सिंह ढिल्लों $500, हरदीप सिंह पट्टी $1100, जसवीर सिंह पन्नू $500, होशियार सिंह टूर $500, परमिंदर सिंह गोल्डी $500, गुरमीत सिंह $500, विजेंद्र सिंह बिल्ला $500, अजिंदर सिंह जिंदी $500, हरगोबिंद क्लार्क $500, एल कैप्रीनो, परमजीत सिंह अरोड़ा, परमजीत सिंह सिद्धू $500, अजिंदर सिंह धालीवाल $500, अरविंदर सिंह खैरा $500, लखविंदर सिंह बिल्ला $500, दरबार सिंह लाडी $500, रविंदर सिंह नाथ $1000, पाठक सिंह सिद्धू $501, भुपिंदर सिंह कुंगा $500, रविंदर सिंह नागरा $500, खुशविंदर सिंह नवनीत कौर फ्रॉम मिशिगन $1500, जतिंदर सिंह मार्गट $501, डुरैंड एक्सप्रेस मार्ट लैवली $500, होशियार सिंह टूर $500, मोटा सिंह टूर $500, भुपिंदर सिंह $500, अजीत कौर गोपाराय $500, रेसवे गैस $500, सतविंदर सिंह कॉन्फिडेंशियल बुक $1000, वरिंदर सिंह बैनी पाल $1000, जसविंदर सिंह जलोक $500, करमवीर सिंह $500, शासन जीएस को प्रमुखली काफी बड़ी लिस्ट है जिन्होंने $200-100 देते हैं। एक टोटल कुछ $58,000 के करीब एक प्रवासी संघ ने पैसे कटेगा के भेजे ने, उन्होंने बहुत बहुत धन्यवाद। तो मेरे को ऐसे कोई लफ्ज नहीं जिन्होंने धन्यवाद किया जाए। क्योंकि बाबा जी ने मैं दसिया कि बाबा जी नबी साहब की उम्र आ, तो ये गुरु की काशी का जो कारज आ समुची सिख कौम का कारज आ, मेरी आप जी के हाथ जोड़ के बेनती आ कि अपना योगदान सुन पाओ। तो मैं अपना नाम वाहिगुरू जी का खालसा वाहिगुरू जी की फतेह। गुरु पेशा सिंह जी इत्थे दसना जी मुनासिब है कि गुरपुरा परिवार के संबंध बाबा जी के नाल एवें नहीं प्रेरणा आउंदी, एवें नहीं दिल दे विच श्रद्धा जागदी, संत के चरणों के नाल जे प्रीति हो जाए तो हथ पग सुधर जाते हैं। तो इन्हों का बहुत बहुत धन्यवाद है कि इन्नी कोशिश करके इन्नी श्रद्धा भावना के नाल ये माया एकत्र करके सन्मान करने वास्ते आए हैं। इन्हों का बहुत बहुत धन्यवाद। वीर जी का डीआर काज ने धन्यवाद, सारे का बहुत बहुत धन्यवाद। जिन्होंने शिकागो निवासी सज्जनों ने बहुत योगदान पाया, उन्होंने सरदार बलदेव सिंह जी के होर $2000, सरदार मनजित सिंह जी $500, GNM टैक्सी कंपनी के कागज
ਵਕਤ ਨਹੀਂ ਰਹਿ ਗਿਆ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਥੋੜ੍ਹੇ ਸੰਪਟ ਕਰਕੇ ਆਪਣੇ ਵਿਚਾਰਾਂ ਨੂੰ ਸਾਂਝੇ ਕਰਨਾ। तो मेरी बेनती है सरदार जलोचन सिंह मुल्तानी जिन्होंने हमेशा नाम राम गुरु ने बख्शिश किया है, वो अपने विचार साझे करेंगे। उसके बाद डॉक्टर परमजीत मीटिंग गुरुद्वारा साहब को, फिर उसके उपरंत परमजीत सिंह जी बघेल साडी शुकराना सतगुरु का आशीर्वाद सिरोपा बाबा जी को बख्शिश करेंगे। तो आओ जलोचन सिंह मुल्तानी उन्होंने विचार साझे करिए। तकरीबन 309-10 साल पहले कलगीधर पिता की कीती भविष्यवाणी नूं साकार रूप देने वास्ते आए साध संगत जी, आओ रचना पवित्र करो। फतेह बुलाओ जी। वाहिगुरू जी का खालसा, वाहिगुरू जी की फतेह। समा काफी हो गया है, ज्यादा समा नहीं कहांगा, पर जो भी कहांगा गुरमत के अनुसार थोड़ा जिहा ध्यान देना। क्रिश्चियनिटी दे रैपर जीसस क्राइस्ट अपने जीवन काल दे विच बहुत थोड़े एरिए दे विच विचरे ने। इसी तरह इस्लाम के रहबर मुहम्मद साहब तकरीबन कोई 200 किलोमीटर के एरिए के ही रहे अपने जीवन काल में। उन्होंने माली इन्ने चंगे मिले, उन्होंने प्रचारक इन्ने चंगे मिले कि इस पनीरी को दुनिया के कोने कोने च लै गए। अज देखो तुसीं इस्लाम ते क्रिश्चियनिटी कित्थे कित्थे पहुंची है। मैनूं कहण देना, सिख धर्म के रहबर गुरु नानक देव जी 86,000 किलोमीटर का सफर पैदल चल के उन्होंने हर दुखी को पहुंचे तो एक गुरबाणी जी उन्होंने तक पहुंचाई। बड़े अफसोस नाल कहना पैंदा है कि अज असीं सिख कौम दे विच इस तरह के माली नहीं पैदा कर सके, इस तरह के प्रचारक नहीं पैदा कर सके जिहड़े इस पनीरी नूं बहुत दूर तक लै जांदे। गुरु नानक का सौदा तो सब तो वधिया सी। गुरु नानक देव जी के सौदे वर्गा सौदा किसी का नहीं है, पर यह कमी सिख कौम दे विच रह गई कि असीं वो प्रचारक नहीं पैदा कर सके। अज बड़ू साहब ने महापुरुषों ने वो जिहड़ा गुरु गोबिंद सिंह जी कलगीधर पिता ने वचन किया सी, उन्होंने लैके ये बीड़ा चुकया है। चौथे पातशाह जी के वचन ने 1104 अंक उत्ते सारंगराग में जिहड़े इस नाल रिलेटेड ने। गुरु चौथे पातशाह जी कहते हैं, माई 777 हर 777 साधा वचन गुरु जो पूरे गया मैं छीक गाठ नहीं पाता। कोई गुरु प्यारा जिहड़ा है वो गुरु का वचन जिहड़ा घुट के गंढ अपने मन में मारता है। जिहड़ी मन दे विच गंढ मारी है बाबा जी ने, क्यों इन्हां नूं पता सी निस बासर निकद्दर बनासी रब ससियन बनादा गेर बसुदा जल पवन जाएगो एक साध वचन बनादा। एक गुरु का कीता वचन, एक साधु का कीता वचन कभी भी नाश नहीं हो सकता। वो अज वचन जिहड़ा 310 साल पहला गुरु साहब ने दमदमे की धरती से किया है कि इत्थे गुरु की प्रकाशी प्रगट होगी, क्योंकि विद्या का जिहड़ा दौर सी गुरु साहब जानते सी कि आने वाले समय दे विच ये विद्या जिहड़ी है ये जे ना हुई तो सिख कौम किते भी नहीं पहुंच सकती। सो साध संगत जी, एक पट्टी की बाणी तीजे पातशाह ने लिखी है, मैं वो इस करके दस रहा हाँ कि ये जिहड़ी अध्यात्मक विद्या है, ये जिहड़ी धार्मिक विद्या है, जिहड़ी विहारक विद्या, विवेक विद्या ते व्यवहारक विद्या,
ਵਿਵਹਾਰਿਕ ਵਿਦਿਆ ਵੀ ਬਹੁਤ ਜ਼ਰੂਰੀ ਹੈ, ਉਹ ਅਸੀਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਲੈਂਦੇ ਹਾਂ, ਪਰ ਜਿਹੜੀ ਇਹ ਵਿਵੇਕ ਵਿਦਿਆ ਦੇ ਸਕੂਲ ਨੇ ਇਹ ਸਾਡੇ ਕੋਲ ਬਹੁਤੇ ਜ਼ਿਆਦਾ ਨਹੀਂ ਹੈ। ਮਹਾਰਾਜ ਨੇ ਪੱਟੀ ਦੀ ਬਾਣੀ ਇੱਕ ਲਿਖੀ ਹੈ ਤੀਜੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦੇ ਵਿੱਚ ਮਹਾਰਾਜ ਨੇ ਕਿਹਾ ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਿਹਾ। ਭਾਈ ਤੂੰ ਕੈਮਿਸਟਰੀ ਵੀ ਪੜ ਗਿਆ ਹੈ, ਤੂੰ ਫਿਜ਼ਿਕਸ ਵੀ ਪੜ ਗਿਆ ਹੈ, ਤੂੰ ਮੈਥਮੈਟਿਕਸ ਵੀ ਪੜ ਗਿਆ ਹੈ, ਤੇ ਤੂੰ ਕੰਪਿਊਟਰ ਵੀ ਪੜ ਗਿਆ ਹੈ, ਪਰ ਤੂੰ ਆਪਣਾ ਆਪ ਤੇ ਪੜ ਹੀ ਨਹੀਂ ਸਕਿਆ ਅਜੇ ਤੱਕ। ਜਿਹਦੇ ਕਰਕੇ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਸੀ ਉਹਦੇ ਤੋਂ ਇੱਥੇ ਕੁਝ ਕੀਤਾ ਨਹੀਂ, ਉਹ ਲੇਖੇ ਨੂੰ ਤੇ ਤੱਕ ਜਾਣਾ ਹੀ ਕੁਝ ਨਹੀਂ ਹੈ। ਸੋ ਮੈਂ ਇਸ ਗੱਲ ਦੀ ਤਹਿ ਦਿਲੋਂ ਇਹ ਤਾਰੀਫ ਕਰਦਾ ਤੇ ਅਪੀਲ ਕਰਦਾ ਸਿੱਖ ਕੌਮ ਜਿੱਥੇ ਜਿੱਥੇ ਵੀ ਸੁਣ ਰਹੀ ਸਾਰੇ ਵਰਡ ਵਿੱਚ ਕਿ ਇਹ ਗੁਰੂ ਦਾ ਬਚਨ ਪੂਰਾ ਕਰਨ ਵਾਸਤੇ ਸੰਤਾਂ ਨੇ ਇਹ ਜਿਹੜਾ ਕਾਰਜ ਜਿਹੜਾ ਹੈ ਉਹਨੂੰ ਚੁੱਕਿਆ, ਉਹਨੂੰ ਪੂਰਾ ਕਰਨਾ ਹੈ। ਇਹ ਕਾਰਜ ਤੋਂ ਮਹਾਨ ਹੋਰ ਕੋਈ ਕਾਰਜ ਨਹੀਂ ਹੋ ਸਕਦਾ। ਜਦੋਂ ਕਬੀਰ ਸਾਹਿਬ ਜੀ ਨੇ ਆਪਣੀ ਗੁਰੂ ਗੁਰੂ ਰਾਮਾਨੰਦ ਜੀ ਨੂੰ ਸਿੱਖਿਆ ਦੀਕਸ਼ਾ ਪੂਰੀ ਕੀਤੀ ਸੀ ਨਾ, ਤੇ ਜਦੋਂ ਫਿਰ ਉਹ ਬਾਕੀ ਇਹ ਸਿੱਖਿਆ ਦੀਕਸ਼ਾ ਨੂੰ ਬਾਕੀ ਸੰਗਤ ਵਿੱਚ ਵੰਡਣ ਵਾਸਤੇ ਬਾਕੀ ਹੋਰ ਦੇਸ਼ਾਂ ਵਿੱਚ ਹੋਰ ਪ੍ਰਾਂਤਾਂ ਵਿੱਚ ਵੰਡਣ ਵਾਸਤੇ ਜਦੋਂ ਨਿਕਲੇ ਤੇ ਉਹਨਾਂ ਨੇ ਇੱਕ ਬਚਨ ਕਹੇ ਸੀ, ਦਾਤਾ ਤਰਵਰ ਦਇਆ ਫਲ ਉਪਕਾਰੀ ਜਵੰਤ ਪੰਖੀ ਚਲੇ ਦਸਾਵਰੀ ਬਿਰਖਾ ਸੁਫਲ ਫਲੰਤ। ਦਾਤਾ ਜਿਹੜਾ ਹੈ ਉਹ ਹਮੇਸ਼ਾ ਜਿਹੜਾ ਹੈ ਇੱਕ ਇਦਾਂ ਦਾ ਦਰਖਤ ਹੈ ਜਿਹਦੇ ਉੱਤੇ ਦਇਆ ਦੇ ਫਲ ਲੱਗਦੇ ਨੇ, ਤੇ ਇਹ ਗੁਰੂ ਤੋਂ ਹਮੇਸ਼ਾ ਇਸੇ ਤਰ੍ਹਾਂ ਤੇਰੇ ਉੱਤੇ ਫਲ ਲੱਗਦੇ ਰਹਿਣ ਤੇ ਸਾਰੀ ਜੀਵ ਜੰਤੂ ਹੈ ਜਿਹੜੇ ਉਹਨਾਂ ਦੇ ਉਪਕਾਰ ਕਰਦਾ ਰਹੇ। ਤੇ ਅਸੀਂ ਵੀ ਜਿੱਥੇ ਜਾ ਰਹੇ ਹਾਂ ਤੇਰਾ ਇਹ ਪ੍ਰਚਾਰ ਪੂਰਾ ਕਰੀਏ। ਬਾਬਾ ਜੀ ਅੱਜ ਉਹੋ ਹੀ ਗੁਰੂ ਦਾ ਪ੍ਰਚਾਰ ਜਿਹੜਾ ਹੈ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਵਾਸਤੇ ਉਹਨਾਂ ਨੇ ਇਹ ਕਦਮ ਚੁੱਕੇ ਨੇ, ਔਰ ਇਹ ਗੁਰੂ ਦੀ ਕਾਂਸੀ ਜਿਹੜੀ ਗੁਰੂ ਸਾਹਿਬ ਜੀ ਦੇ ਬਚਨ ਹੋਏ ਸਨ ਉਹਨਾਂ ਨੂੰ ਪੂਰਾ ਕਰਨ ਵਾਸਤੇ ਸਾਰੀ ਸਿੱਖ ਸੰਗਤ ਨੂੰ ਬਲੂੰਗਾ ਦਿੱਤਾ ਹੈ। ਆਓ ਅਸੀਂ ਸਾਰੇ ਹੱਲਾ ਮਾਰੀਏ, ਸਾਰੀ ਸੰਗਤ ਨੂੰ ਹੋਰ ਵੀ ਦੱਸੀਏ ਜਿੱਥੇ ਜਿੱਥੇ ਵੀ ਜਾਈਏ ਕਿ ਗੁਰੂ ਦਾ ਜਿਹੜਾ ਬਚਨ ਹੋਇਆ ਇਹਨੂੰ ਪੂਰਾ ਕਰਨ ਵਾਸਤੇ ਜੋ ਆਸ਼ਾ ਲੈ ਕੇ ਬਾਬਾ ਜੀ ਆਏ ਨੇ ਉਹ ਪੂਰਾ ਕਰੀਏ, ਵੱਧ ਚੜ ਕੇ ਇਹਦੇ ਵਿੱਚ ਹਿੱਸਾ ਪਾਈਏ। ਇੰਨੇ ਸ਼ਬਦ ਕਹਿ ਕੇ ਮੈਂ ਆਪ ਸਭ ਤੋਂ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਧ ਸਿੰਘ ਜੀ ਆਖਰੀ ਬਚਨ ਕਰਨੇ ਨੇ ਚੰਦ ਮਿੰਟਾਂ ਵਾਸਤੇ ਸਰਦਾਰ ਅਮਰਦੇਵ ਸਿੰਘ ਬੰਦੇਸ਼ਾ ਹੋਰਾਂ ਨੇ। ਸੋ ਜੇ ਵੀਰ ਜੀ ਇੱਥੇ ਨੇ ਮੇਰੀ ਬੇਨਤੀ ਹੈ ਕਿ ਆਪ ਜੀ ਆ ਜਾਓ ਤੇ ਆਪਣੇ ਵਿਚਾਰ ਸਾਂਝੇ ਕਰੋ। ਮੈਨੂੰ ਲੱਗਦਾ ਵੀਰ ਜੀ ਇੱਥੇ ਨਹੀਂ। साथ संगत प्यार भरी सत श्री अकाल। Most of you know, a little under 2 years ago, my father, along with 6 other people, were gunned down in the Gurdwara on a Sunday morning, 10 a.m. When my father was laying there, he laid there for over an hour and a half, just saying one word. Vaigu, Vaigu, Vaigu. At one point, when I had so much hate and anger and negativity in my heart, I sat and I did similar, and again, Vaigu, Vaigu, Vaigu. It was my father's last words. It will be my last word. It will be your last word. It will be their last word. We are the biggest Parvar, Eco family, where we say one last word, the same last word. All of us will finish with that one word. What I see behind me is a beautiful dream, and it can be, in fact, realized. I ask all the Christians, how did they build the $4 million churches? In Wisconsin, we have 35 $4 million churches. They said we did it like this. The people who already paid off their house, they took a second mortgage and they bought a new house. So I beg of you today, with all of the work that everybody is doing, please reach into your heart and find
the extra resources to help make this a reality. Because when this is a reality, people like my father and the other people who died in Oak Creek will never have happened. Thank you, Ji. Thank you for your time. Vaheguru Ji Ka Khalsa, Vaheguru Ji Ki Fateh. Thank you very much, young man, for your devotion, your concern, and your inspiration. ਹੁਣ ਬੇਨਤੀ ਹੈ ਸਰਦਾਰ ਪਰਮਜੀਤ ਸਿੰਘ ਹੋਰਾਂ ਨੂੰ ਕਿ ਆਪ ਜੀ ਆਓ, ਸੰਗਤ ਦੀਆਂ ਭਾਵਨਾਵਾਂ ਤੇ ਸਤਿਗੁਰੂ ਦਾ ਜੋ ਆਸ਼ੀਰਵਾਦ ਹੈ ਉਹ ਬਾਬਾ ਜੀ ਦੀ ਸੇਵਾ ਦੇ ਵਿੱਚ ਸਿਰੋਪਾਰ ਦੇ ਕੇ ਆਪਾਂ ਆਪਣੀ ਸ਼ਰਧਾ ਭਾਵਨੀ ਤੇ ਸਤਿਗੁਰੂ ਦਾ ਆਸ਼ੀਰਵਾਦ ਸਾਰਿਆਂ ਨੇ ਰਲ ਕੇ ਲੈਣਾ ਹੈ। ਸੋ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਆਓ, ਤਤਪਰ ਆਓ ਤੇ ਇਸ ਕਾਰਜ ਨੂੰ ਲਗਾਉਣ ਤੋਂ ਬਾਅਦ ਜਿਨ੍ਹਾਂ ਦੀ ਬਦੌਲਤ ਅੱਜ ਦਾ ਇਹ ਸਮਾਗਮ ਕਾਮਯਾਬ ਹੋਇਆ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਆਪਾਂ ਇੱਥੇ ਸਾਰੇ ਆਏ ਆ, ਉਹ ਸਾਰੇ ਆਏ ਸੱਜਣਾਂ ਦਾ ਧੰਨਵਾਦ ਕਰਨਗੇ। ਮੇਰੀ ਮੰਚ ਹੈ ਸਰਦਾਰ ਗੁਰਦਿਆਲ ਸਿੰਘ ਜੀ ਤਿਆਗੀ, ਜਿਹੜੇ ਸਦਾ ਹੀ ਮੋਢੇ ਨਾਲ ਮੋਢਾ ਜੋੜ ਕੇ ਸਪੈਸ਼ਲ ਅਕਾਲ ਤਖਤ ਵਾਸਤੇ ਤੇ ਇਸ ਯੂਨੀਵਰਸਿਟੀ ਵਾਸਤੇ ਆਪਣੀ ਸੇਵਾ ਨਿਭਾਉਂਦੇ ਨੇ, ਇੱਥੇ ਵੀ ਨਿਭਾਉਂਦੇ ਨੇ, ਉੱਥੇ ਵੀ ਨਿਭਾਉਂਦੇ ਨੇ। ਸੋ ਉਹ ਬਾਅਦ ਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਨਗੇ। ਸੋ ਸਿਰਫ ਪਰਮਜੀਤ ਸਿੰਘ ਜੀ ਬਾਬਾ ਜੀ ਨੂੰ ਦੇ ਰਹੇ ਨੇ। ਸੋ ਆਪ ਜੀ ਵੀ ਆਪਣੀ ਸ਼ੁਭ ਇਛਾਵਾਂ ਤੇ ਅਰਦਾਸ ਸਤਿਗੁਰੂ ਦੇ ਦਰ ਤੇ ਕਰੀਏ ਕਿ ਕਾਰਜ ਜਲਦੀ ਤੋਂ ਜਲਦੀ ਨੇਪਰੇ ਚੜ੍ਹੇ ਤੇ ਸਾਡਾ ਇਸ ਭਾਗ ਬਣ ਆਵੇ, ਗੁਰੂ ਮਹਾਰਾਜ ਦਾ ਇਹ ਕਿਹਾ ਹੋਇਆ ਬਚਨ ਸਾਕਾਰ ਹੋ ਜਾਵੇ, ਸਾਡਾ ਵੀ ਜੀਵਨ ਸਫਲਾ ਹੋ ਸਕੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸਾਰੂ ਵਿੱਦਿਆ ਮਿਲ ਸਕੇ ਤੇ ਅਗਿਆਨਤਾ ਦੀ ਜਹਾਲਤ ਸਾਡੇ ਜੀਵਨ ਦੇ ਵਿੱਚੋਂ ਦੂਰ ਹੋ ਸਕੇ। ਸੋ ਆਪ ਜੀ ਸਾਰਿਆਂ ਨੇ ਜੋਦੜੀਆਂ ਕਰਨੀਆਂ, ਬੇਨਤੀਆਂ ਕਰਨੀਆਂ, ਵੰਦਨਾ ਕਰਨੀ ਤੇ ਸਤਿਗੁਰੂ ਦੇ ਦਰ ਤੇ ਅਰਜ਼ੋਈ ਕਰਨੀ ਕਿ ਬਾਬਾ ਜੀ ਨੂੰ ਲੰਬੀ ਉਮਰ, ਇਹੋ ਡੈਡੀਕੇਸ਼ਨ, ਇਹੋ ਪ੍ਰੇਮ, ਇਹ ਭਾਵਨੀ ਸਦਾ ਹਿਰਦੇ ਦੇ ਵਿੱਚ ਵਸਦੀ ਰਹੇ। ਇਹਨਾਂ ਦੇ ਨਾਲ ਡਾਕਟਰ ਖੇਮ ਸਿੰਘ ਜੀ ਜਿਵੇਂ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ ਨੇ, ਅੱਗੋਂ ਵਾਸਤੇ ਵੀ ਇਹਨਾਂ ਦੇ ਨਾਲ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ, ਆਪਾਂ ਵੀ ਸਹਿਯੋਗ ਦਿੰਦੇ ਰਹੀਏ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ। ਬੋਲੇ ਸੋ ਨਿਹਾਲ। ਸੋ ਸਤਿਸੰਗ ਜੀ ਆਓ, ਜਿੰਨੇ ਵੀ ਤੁਸੀਂ ਕਦਮ ਚੁੱਕ ਕੇ ਇੱਥੇ ਆਏ ਹੋ, ਤੁਹਾਡੇ ਉਹਨਾਂ ਸਾਰੇ ਕਦਮਾਂ ਦੇ ਵਿੱਚੋਂ ਧੂੜ ਦਾ ਕਿਣਕਾ ਸਾਡੇ ਮਸਤਕ ਦਾ ਭਾਗ ਬਣੇ। ਮੈਂ ਬੇਨਤੀ ਕਰਦਾ ਸਰਦਾਰ ਗੁਰਚਰਨ ਸਿੰਘ ਢਾਜੋਰਾ ਨੂੰ ਕਿ ਆ ਕੇ ਆਏ ਸੱਜਣਾਂ ਦਾ ਧੰਨਵਾਦ ਕਰਨ। ਉਹਨਾਂ ਦੇ ਇਸ ਧੰਨਵਾਦ ਦੇ ਮੱਦੇ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੋ ਜਾਏਗੀ। ਅੰਤਮ ਦੇ ਵਿੱਚ ਅਰਦਾਸ ਇਹੀ, ਬਾਬਾ ਜੀ ਨੂੰ ਲੰਬੀ ਉਮਰ, ਡਾਕਟਰ ਖੇਮ ਸਿੰਘ ਹੋਰਾਂ ਨੂੰ ਲੰਬੀ ਉਮਰ, ਇਹ ਪ੍ਰੇਮ ਭਾਵਨੀ ਸ਼ਰਧਾ ਸਦਾ ਵਾਸਤੇ ਜਾਗਰੂਕ ਰਹੇ। ਸੋ ਦਾਸ ਦੀਆਂ ਭੁੱਲਾਂ ਚੁੱਕਾਂ ਨੂੰ ਕਿਵੇਂ ਬਖਸ਼ਦੇ ਇੱਥੇ ਹੀ ਸਾਂਝ ਪਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰਪੁਰਬ ਸ਼ਾਸਨ ਬਾਬਾ ਇਕਬਾਲ ਸਿੰਘ ਜੀ, ਡਾਕਟਰ ਖੇਮ ਸਿੰਘ ਜੀ, ਵਾਹਿਗੁਰੂ जी का खालसा, वाहिगुरू जी की फतेह। मेरे को दास को शब्द नहीं हूँ कि मैं एक्सप्रेस कर सका जी आपको ये आज साडा सहयोग देता है। लगता है कि जो योगदान आपने पाया है वो बहुत ही चंगा है। अबाउट 95,000 आज इकट्ठे हो गए ने तो विस्कांसिन तो थानू पता ही 55,000 तो इंडियाना तो मतलब इस स्टेप से अबाउट $2 लाख के नंबर का योगदान हो गया है। दास आपका बहुत बहुत धन्यवाद है और उम्मीद भी करता है कि अगे तो भी आप ये रूटीन ही बना लोगे कि अपनी दसवंत के जो हिस्से चो बड़ू साहब ने जरूर योगदान पाना है।
और दूजा अरदास ये भी बेनती करता है कि सात संगत अरदास अपनी अरदास करे कि बाबा जी जो उन्होंने बीमार थोड़े रहते हैं सेहत ठीक रहे तो अपने जीवते जीवते जी उन्होंने इच्छा है वो अकाल यूनिवर्सिटी में चलता शुरू होता देख सकें। बाकी जो धन्यवाद के पात्र हम साहब बेअंत सिंह जी गोपाल राय, साहब इंदर सिंह जी, विश्राम सिंह को बहुत मेहनत करके इन्होंने घर घर जाके पैसे इकट्ठे किए हैं। दूजे न्यूयॉर्क तो साहब गुरचार सिंह बड़िंग ते भुपिंदर सिंह जी गोपाल राय इन्होंने न्यूयॉर्क में जो सैमीनार है सोच भी बहुत चंगा योगदान पाया सी तो संगत का पाया सी। ते सोनू भैन जी कैनेडा तो, किरण न्यूयॉर्क तो, ते परमिंदर जी अपने शिकागो तो, बाकी हो इंडिया हाउस वाले का जो उन्होंने चंगा इंतजाम किया कि सब तो ज़्यादा PTC का बहुत बहुत धन्यवाद है। इन्होंने सानू साढ़े सैमीनार में ऑल ओवर द वर्ल्ड दिखाया है और कल सवेरे हिंदुस्तान में जो दरबार साहब का प्रोग्राम खत्म होएगा अपना प्रोग्राम उसे चलेगा। सो एंड में यही कहना है साथ संगत जी बाबा जी की सेहत यावली अरदास करा करिए कि बाबा जी अपना जो उन्होंने कार्य जो अंडरटेकिंग ली है अपने जिम्मे आप सब पूरे करके जाना का हक नहीं है। सो बाबा जी जरूर अगले साल भी आना तो अगले साल भी अपना इस तरह ही योगदान पावांगे। वाहिगुरू जी का खालसा वाहिगुरू जी की फतेह।